वाहिगुरु जी की फतेह। गुरु नानक पातशाह ਦੀ ਉਚਾਰਨ ਕੀਤੀ ਹੋਈ ਬਾਣੀ ਪੱਟੀ ਲਿਖੀ। ਰਾਗ ਆਸਾ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 432 ਤੋਂ 434 ਦੇ ਉੱਪਰ ਸ਼ੋਭਿਤ ਹੈ। ਇਸ ਦੀ ਲੜੀਵਾਰ ਵਿਚਾਰ ਕਰਦਿਆਂ ਹੋਇਆ ਹੁਣ ਤੱਕ ਅਸੀਂ 13 ਪੌੜੀਆਂ ਦੀ ਵਿਚਾਰ ਕਰ ਚੁੱਕੇ ਹਾਂ। ਸੋ 13ਵੀਂ ਪੌੜੀ ਦੀ ਵਿਚਾਰ ਨੂੰ ਦੁਹਰਾ ਕੇ ਉਸ ਤੋਂ ਅਗਲੀ ਵਿਚਾਰ ਨੂੰ ਅੱਗੇ ਤੋਰਦੇ ਹਾਂ। ਸੋ 13ਵੀਂ ਪੌੜੀ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਸੀਗਾ, ਝੰਜੈ ਨਦਰ ਕਰੇ ਜਾਂ ਦੇਖਾਂ ਦੂਜਾ ਕੋਈ ਨਹੀਂ, ਏਕੋ ਰਬ ਰਿਹਾ ਸਭ ਥਾਈ, ਏਕ ਵਸਿਆ ਮਨ ਮਾਹੀ। ਸੰਖੇਪ ਵਿੱਚ ਜੋ ਗੱਲ ਜੋ ਸੁਨੇਹਾ ਇਸ ਪੌੜੀ ਵਿੱਚ ਦਿੱਤਾ ਹੈ ਗੁਰੂ ਸਾਹਿਬ ਨੇ ਕਿ ਮੈਂ ਜਿੱਥੇ ਕਿਧਰੇ ਵੀ ਦੇਖਦਾ ਹਾਂ ਮੈਨੂੰ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਜ਼ਰ ਹੀ ਨਹੀਂ ਆਉਂਦਾ। ਉਹ ਪ੍ਰਮਾਤਮਾ ਸਭ ਜਗ੍ਹਾ ਤੇ ਰਮਿਆ ਹੋਇਆ ਹੈ, ਵਿਆਪਕ ਹੈ, ਮੌਜੂਦ ਹੈ ਔਰ ਹਰੇਕ ਜੀਵ ਦੇ ਮਨ ਦੇ ਵਿੱਚ ਵੀ ਉਹ ਆਪ ਹੀ ਵਸਿਆ ਹੋਇਆ ਹੈ। तो जो जपजी साहब ਦੇ ਪਹਿਲਾਂ ਜੋ ਮੂਲ ਮੰਤਰ ਵਿੱਚ ਪੁਰਖ ਲਫ਼ਜ਼ ਜੋ ਗੁਰੂ ਸਾਹਿਬ ਨੇ ਇਸਤੇਮਾਲ ਕੀਤਾ ਹੈ ਉਹਦਾ ਵੀ ਭਾਵ ਅਰਥ ਇਹੀ ਹੈ ਕਿ ਜੋ ਸਰਵ ਵਿਆਪਕ ਹੈ। ਉਹ ਸਰਵ ਵਿਆਪਕ ਉਹ ਚੀਜ਼ ਹੁੰਦੀ ਹੈ ਜਿਹੜੀ ਵਿਦਆਊਟ ਐਕਸੈਪਸ਼ਨ ਹਰ ਥਾਂ ਮੌਜੂਦ ਹੋਵੇ। ਸਰਵ ਤਾਂ ਹੀ ਹੈ ਨਾ ਜਿਹੜੀ ਕਿਸੇ ਕਿਸੇ ਜਗ੍ਹਾ ਤੇ ਹੈ, ਕਿਸੇ ਕਿਸੇ ਜਗ੍ਹਾ ਤੇ ਵਿੱਚੋਂ ਗੈਪ ਹੈਗੇ ਨੇ, ਉਹ ਸਰਵ ਵਿਆਪਕ ਨਹੀਂ ਹੈ। तो उसे ही सिद्धांत ਨੂੰ ਇਸ ਪੌੜੀ ਵਿੱਚ ਦ੍ਰਿੜ ਕਰਵਾਇਆ ਹੈ ਕਿ ਜਿੱਥੇ ਕਿਧਰੇ ਵੀ ਅਸੀਂ ਦੇਖਦੇ ਹਾਂ ਉਹ ਸਭ ਥਾਈਂ ਮੌਜੂਦ ਹੈ ਔਰ ਸਭ ਜੀਵਾਂ ਦੇ ਮਨਾਂ ਦੇ ਵਿੱਚ ਵੀ ਉਹ ਆਪ ਹੀ ਵਸਿਆ ਹੋਇਆ ਹੈ। ਇਸੇ ਹੀ ਭਾਵ ਦੇ ਹੋਰ ਵੀ ਅਨੇਕਾਂ ਸ਼ਬਦ ਆਉਂਦੇ ਹਨ ਜਿਨ੍ਹਾਂ ਵਿੱਚ ਇਹ ਗੱਲ ਸਮਝਾਈ ਗਈ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਅੰਦਰ ਬੈਠ ਕੇ ਆਪ ਹੀ ਜੀਵਾਂ ਪਾਸੋਂ ਕੰਮ ਕਰਵਾ ਰਿਹਾ ਹੈ, ਆਪ ਹੀ ਉਹਦੀਆਂ ਆਪਣੀਆਂ ਬਖਸ਼ਿਸ਼ਾਂ ਨੂੰ ਭੋਗ ਰਿਹਾ ਹੈ। ਉਹ ਇਹ ਸਭ ਕੁਝ ਕਰਨ ਕਰਾਉਣ ਵਾਲਾ ਪਰਮਾਤਮਾ ਆਪ ਹੀ ਹੈ। तो ਇਹ ਗੱਲ ਜੇ ਮਨ ਦੇ ਵਿੱਚ ਦ੍ਰਿੜ ਹੋ ਜਾਵੇ ਕਿ ਸਭ ਜੀਵਾਂ ਦੇ ਵਿੱਚ ਪਰਮਾਤਮਾ ਦੀ ਹੀ ਜੋਤ ਹੈ ਤਾਂ ਫਿਰ ਵੈਰ ਵਿਰੋਧ ਮੇਰ ਤੇਰ ਦੀ ਭਾਵਨਾ ਆਟੋਮੈਟਿਕਲੀ ਹੀ ਖਤਮ ਹੋ ਜਾਣੀ ਚਾਹੀਦੀ ਹੈ। जब कोई भिन्न भेद ही नहीं है फिर ना ये जात, ये धर्म, ये नस्ल, ऊंच नीच, अमीर गरीब, गोरे काले, ਉੱਚੀ ਜਾਤ ਨੀਵੀਂ ਜਾਤ, ਇਹ ਸਾਰੇ ਵਖਰੇਵੇਂ ਜਿਹੜੇ ਹਨ ਇਹ ਮੀਨਿੰਗਲੈਸ ਹੋ ਜਾਂਦੇ ਹਨ। ਏਕੋ ਰਬ ਰਿਹਾ ਸਭ ਥਾਈ, ਏਕ ਵਸਿਆ ਮਨ ਮਾਹੀ। ਇਹ ਸਿਧਾਂਤ ਅਗਰ ਜੇ ਜੀਵਨ ਦੇ ਵਿੱਚ ਬੰਦਾ ਅਪਣਾ ਲਵੇ ਤਾਂ ਦੁਨੀਆ ਦੇ ਸਾਰੇ ਕਲਹ ਕਲੇਸ਼ ਜਿਹੜੇ ਹਨ ਉਹ ਆਪੇ ਹੀ ਖਤਮ ਹੋ ਜਾਂਦੇ ਹਨ। ਹੁਣ ਅਗਲੀ ਪੌੜੀ ਵਿੱਚ ਗੁਰੂ ਸਾਹਿਬ ਫਰਮਾ ਰਹੇ ਹਨ, ਟੱਟੈ ਟੰਚ ਕਰੋ ਕਿਆ ਪ੍ਰਾਣੀ, घड़ी के मोहत के उठ चलना, जुए जन्म न हारो अपना, आज पढ़ो तुम हर शरना। ਜਿਵੇਂ ਪਿਛਲੀਆਂ ਪੌੜੀਆਂ ਵਿੱਚ ਵੀ ਆ ਰਿਹਾ ਹੈ, ਹਰ ਪੌੜੀ ਦੇ ਪਹਿਲਾ ਅੱਖਰ ਜਿਹੜਾ ਹੈ ਉਹ ਵਰਨਮਾਲਾ ਦਾ ਇੱਕ ਅੱਖਰ ਲੈ ਕੇ ਤੇ ਫਿਰ ਉਸ ਦੇ ਨਾਲ ਮਿਲਦੀ ਜੁਲਦੀ ਸਾਊਂਡ ਵਾਲੇ ਸ਼ਬਦ ਇਸਤੇਮਾਲ ਕਰਕੇ ਗੁਰੂ ਸਾਹਿਬ ਜੋ ਹੈ ਇਹ ਸਾਨੂੰ ਜੀਵਨ ਜਾਚ ਦਾ ਸੁਨੇਹਾ ਦੇ ਰਹੇ ਹਨ। ਉਹ ਇੱਥੇ ਲਫ਼ਜ਼ ਆਇਆ ਹੈ ਟੱਟੈ ਟੰਚ ਕਰੋ ਕਿਆ ਪ੍ਰਾਣੀ। ਇਹ ਅੱਖਰ ਜਿਹੜਾ ਹੈ ਅੱਜ ਕੱਲ੍ਹ ਦੀ ਸਾਡੀ ਬੋਲਚਾਲ ਵਿੱਚ ਅੱਜ ਕੱਲ੍ਹ ਦੀ ਵਰਤੋਂ 'ਚ ਅਸੀਂ ਇਹ ਲਫ਼ਜ਼ ਇਸਤੇਮਾਲ ਨਹੀਂ ਕਰਦੇ, ਅਸੀਂ ਟੈਂਕਾ ਬੋਲਦੇ ਹਾਂ। ਇਹ ਕਦੋਂ ਤੋਂ ਚੇਂਜ ਹੋਇਆ ਇਹ ਦੇ ਬਾਰੇ ਕੁਝ ਪੱਕੇ ਤੌਰ ਤੇ ਕਹਿਣਾ ਤਾਂ ਮੁਸ਼ਕਲ ਹੈ, ਪਰ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲੇ ਸਮੇਂ 'ਚ ਵੀ ਇਹ ਇਸੇ ਹੀ ਫਾਰਮ ਵਿੱਚ ਇਸਤੇਮਾਲ ਹੁੰਦਾ ਸੀਗਾ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਇਹਨੂੰ ਇਸੇ ਰੂਪ ਵਿੱਚ ਇਸਤੇਮਾਲ ਕੀਤਾ ਹੈ। तो इस तो ये तो स्पष्ट ही है कि उस समय तक तो घट्टो घट्ट और उस तो पहले समय तो जदों के भगत कबीर जी ने अपनी बाणी उच्चारण की है, गुरु ग्रंथ साहब जी के अंदर जो भगत कबीर जी की 52 अखरी है, गुरु ग्रंथ साहब के पन्ना 341 के उत्ते उन्होंने भी यही इसे रूप में इस अखर को इस्तेमाल किया है। तो कई लोगों को इतराज़ है कि भी वो बाकी सारे अखर ਜਿਹੜੇ ਹਨ ਉਹ ਤਾਂ ਉਂਝ ਹੀ ਬੋਲਦੇ ਹਨ, ਚੱਚਾ ਚੱਚਾ ਜੱਜਾ ਝੱਜਾ ਤੱਤਾ ਥੱਥਾ ਤੱਦਾ,
ਪਰ ਇੱਥੇ ਆ ਕੇ ਫਿਰ ਟੈਂਕਾ ਬੋਲ ਦਿੰਦੇ ਹਨ। ਇਸ ਸ਼ੱਕ ਤੋਂ, ਇਸ ਭਰਮ ਤੋਂ ਕਿ ਭਈ ਇਹ ਸ਼ਬਦ ਬੋਲਣ ਲਾਇਕ ਨਹੀਂ ਹੈ, ਅਸਮਾਜਿਕ ਲਫ਼ਜ਼ ਹੈ। ਇਹ ਜਿਹੜਾ ਭਰਮ ਹੈ, ਜੋ ਇਹ ਝਿਜਕ ਹੈ, ਇਹ ਕੁਝ ਥੋੜ੍ਹੇ ਸਮੇਂ ਤੋਂ ਹੀ ਸਮਾਜ ਸਾਡੇ 'ਚ ਪ੍ਰਚਲਿਤ ਹੋਈ ਹੋਏਗੀ, ਜੋ ਟੱਟੇ ਨੂੰ ਅੱਖਰ ਨੂੰ ਟੈਂਕਾ ਕਰਕੇ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਉਹਦੀ ਵਜ੍ਹਾ ਇਹ ਹੋ ਸਕਦੀ ਹੈ ਕਿ ਇਹ ਅੱਖਰ ਜਿਹੜਾ ਹੈ ਆਦਮੀ ਦੇ ਸਰੀਰ ਦੇ ਇੱਕ ਪਾਰਟ ਦਾ ਵੀ ਨਾਮ ਕਰਕੇ ਮੰਨਿਆ ਜਾਂਦਾ ਹੈ। ਪਰ ਜੇ ਇਹੀ ਇਤਰਾਜ਼ ਹੋਵੇ ਕਿ ਵੀ ਇਸ ਤਰੀਕੇ ਦੇ ਪਾਰਟ ਦਾ ਨਾਮ ਓਪਨਲੀ ਨਹੀਂ ਅਸੀਂ ਸਮਾਜ ਵਿੱਚ ਲੈਂਦੇ, ਤਾਂ ਫਿਰ ਜੋ ਮੰਮਾ ਅੱਖਰ ਹੈ ਉਹਦੇ ਤੇ ਵੀ ਇਤਰਾਜ਼ ਆ ਜਾਏਗਾ, ਕਿਉਂਕਿ ਉਹ ਵੀ ਹੁਣ ਔਰਤ ਦੇ ਸਰੀਰ ਦੇ ਇੱਕ ਪਾਰਟ ਦਾ ਨਾਮ ਕਰਕੇ ਵਰਤਿਆ ਵੀ ਜਾਂਦਾ ਹੈ, ਉਹਨਾਂ ਅਰਥਾਂ ਵਿੱਚ ਵੀ ਇਸਤੇਮਾਲ ਹੁੰਦਾ ਹੈ। ਪਰ ਉਹ ਅੱਖਰ ਅੱਜ ਵੀ ਸਾਡੀ ਵਰਣਮਾਲਾ ਦੇ ਬੋਲਣ ਵੇਲੇ ਅਜੇ ਵੀ ਉਸੇ ਆਪਣੇ ਰੂਪ ਵਿੱਚ ਹੀ ਇਸਤੇਮਾਲ ਹੋ ਰਿਹਾ ਹੈ। ਉਹ ਸਮੇਂ ਦੇ ਮੁਤਾਬਕ ਬੋਲੀ ਦੀ ਵਰਤੋਂ ਦੇ ਵਿੱਚ ਅਨੇਕਾਂ ਚੇਂਜ ਆ ਜਾਂਦੇ ਹਨ, ਤਾਂ ਅੱਜ ਇਸ ਸਰੂਪ ਦੇ ਅੰਦਰ ਇਹਦਾ ਇਸਤੇਮਾਲ ਨਹੀਂ ਹੁੰਦਾ। ਪਰ ਭਗਤ ਕਬੀਰ ਜੀ ਦੇ ਵੇਲੇ ਔਰ ਗੁਰੂ ਨਾਨਕ ਦੇਵ ਜੀ ਦੇ ਵੇਲੇ ਇਹਦਾ ਇਹੀ ਰੂਪ ਸੀਗਾ। ਉਹ ਅਰਥ ਕਰਨ ਲੱਗਿਆ ਇਹਦਾ ਕੋਈ ਅਰਥ ਜਿਵੇਂ ਅਸੀਂ ਬਾਕੀ ਪਦਿਆਂ ਦੇ ਅੰਦਰ ਵੀ ਸਿਰਫ ਇਹਨੂੰ ਇਹੀ ਕੀਤਾ ਵੀ ਇਸ ਦਾ ਰੈਫਰੈਂਸ ਦੇ ਕੇ ਅਗਲੀ ਗੱਲ ਜੋ ਕੀਤੀ ਗਈ ਹੈ, ਇਹਦਾ ਅਰਥ ਭਾਵ ਕੋਈ ਫਰਕ ਨਹੀਂ ਪੈਂਦਾ, ਕੁਝ ਕਰਨ ਦੀ ਲੋੜ ਵੀ ਨਹੀਂ ਹੈ। तो जो मैसेज है वो ये है कि टंच करो क्या प्राणी, पड़ी के मोहत के उठ चलना। तो टंच का जो अर्थ है वो लफज बनया है टंटा, उलझन, खल जगन, ਜਿਹੜੇ ਕੰਮ ਦੇ ਵਿੱਚ ਬੰਦਾ ਉਲਝ ਗਿਆ ਜਾਵੇ, ਫਸ ਜਾਵੇ, ਜਿਹਦੇ ਚ ਪਰੇਸ਼ਾਨੀ ਬਹੁਤੀ ਹੋਵੇ, ਤਾਂ ਉਹਨੂੰ ਕਿਹਾ ਜਾਂਦਾ ਵੀ ਕਿਹੜੇ ਟੰਟੇ 'ਚ ਪੈ ਗਿਆ। ਉਹ ਟੰਟੇ ਦੇ ਜੋ ਭਾਵ ਅਰਥ ਹੈ ਉਸੇ ਅਰਥ ਵਿੱਚ ਇਹ ਟੰਚ ਲਫ਼ਜ਼ ਪੁਰਾਣੀ ਪੰਜਾਬੀ ਦੇ ਅੰਦਰ ਹੈ। ਉਹ ਗੁਰੂ ਸਾਹਿਬ ਇੱਥੇ ਕਹਿ ਰਹੇ ਹਨ ਵੀ ਵਿਅਰਥ ਦਾ ਜਿਹੜਾ ਟੰਟਾ ਉਹ ਹੁੰਦਾ ਹੈ ਕੰਮ ਜਿਹਦੇ ਵਿੱਚੋਂ ਐਂਡ ਰਿਜ਼ਲਟ ਕੋਈ ਬਹੁਤ ਯੂਜ਼ਫੁਲ ਮਿਲਣਾ ਨਾ ਹੋਵੇ, ਪਰ ਐਫਰਟ ਬਹੁਤ ਜ਼ਿਆਦਾ ਲੱਗੇ, ਖੱਜਲ ਖੁਆਰੀ, ਪਰੇਸ਼ਾਨੀ ਜ਼ਿਆਦਾ ਹੋਵੇ ਔਰ ਮਿਲਣਾ ਕੁਝ ਨਾ ਹੋਵੇ। ਉਹ ਉਸੇ ਭਾਵ ਦੇ ਵਿੱਚ ਗੁਰੂ ਸਾਹਿਬ ਇੱਥੇ ਕਹਿੰਦੇ ਹਨ ਕਿ ਟੰਚ ਕਰੋ ਕਿਆ ਪ੍ਰਾਣੀ, ਘੜੀ ਕੇ ਮੋਹਤ ਤੇ ਉੱਠ ਚੱਲਣਾ। ਇਹ ਜੀਵ ਤੂੰ ਪ੍ਰਭੂ ਦੀ ਯਾਦ ਨੂੰ ਭੁਲਾ ਕੇ ਦੁਨਿਆਵੀ ਧੰਦਿਆਂ ਦੇ ਵਿੱਚ ਆਪਣਾ ਜੀਵਨ ਦਾ ਸਾਰਾ ਸਮਾਂ ਲਗਾ ਰਿਹਾ ਹੈ। ਇਹ ਅਸਲ ਵਿੱਚ ਇੱਕ ਟੰਚ ਹੀ ਹੈ, ਟੰਟਾ ਹੀ ਹੈ। ਇਹ ਦੁਨਿਆਵੀ ਕਰਮ ਕਰਨ ਦਾ ਸਾਡਾ ਜੋ ਮੁੱਖ ਮਕਸਦ ਹੈ ਉਹ ਹੈ ਕਿ ਅਸੀਂ ਆਪਣੇ ਸਰੀਰ ਦੀ ਖੁਰਾਕ, ਉਹਦੇ ਪਹਿਰਾਵੇ, ਰਹਿਣ ਦਾ ਸਥਾਨ, ਇਹਨਾਂ ਚੀਜ਼ਾਂ ਦਾ ਅਸੀਂ ਪ੍ਰੋਵੀਜ਼ਨ ਕਰਨਾ ਹੈ। ਇਹ ਚੀਜ਼ਾਂ ਹਾਸਲ ਕਰਨੀਆਂ ਹਨ ਕਿ ਸਾਡੇ ਕੋਲ ਸਿਰ ਛੁਪਾਉਣ ਵਾਸਤੇ, ਰਹਿਣ ਵਾਸਤੇ ਕੋਈ ਥਾਂ ਹੋਣੀ ਚਾਹੀਦੀ ਹੈ। ਸਰੀਰ ਨੂੰ ਢੱਕਣ ਵਾਸਤੇ ਸਾਡੇ ਕੋਲ ਕੱਪੜੇ ਹੋਣੇ ਚਾਹੀਦੇ ਹਨ, ਔਰ ਸਰੀਰ ਦੀ એનર્ਜੀ ਮੇਨਟੇਨ ਕਰਨ ਵਾਸਤੇ, ਸਰੀਰ ਨੂੰ ਚੱਲਦਾ ਰੱਖਣ ਵਾਸਤੇ ਖਾਣ ਪੀਣ ਦੇ ਪਦਾਰਥ ਜਿਹੜੇ ਹਨ ਉਹ ਸਾਨੂੰ ਅਵੇਲੇਬਲ ਹੋਣੇ ਚਾਹੀਦੇ ਹਨ। ਬੇਸਿਕ ਨੈਸੈਸਿਟੀ ਸਾਡੀਆਂ ਇਹੀ ਹਨ। ਜਗ੍ਹਾ ਸਾਨੂੰ ਉਹੋ ਜਿਹੀ ਚਾਹੀਦੀ ਹੈ ਜਿਹੜੀ ਆਲੇ ਦੁਆਲੇ ਦੇ ਵਿੱਚ ਅਗਰ ਜਦੋਂ ਐਕਸਟ੍ਰੀਮ ਕੰਡੀਸ਼ਨ ਹੋ ਜਾਣ, ਕੋਈ ਬਹੁਤ ਅਤਿ ਦੀ ਗਰਮੀ ਪੈ ਜਾਏ, ਬਹੁਤ ਜ਼ੋਰਦਾਰ ਬਾਰਿਸ਼ ਹੋ ਜਾਏ, ਬਰਫ਼ ਪੈ ਜਾਏ, ਤਾਂ ਮੌਸਮ ਦੇ ਉਹਨਾਂ ਪ੍ਰਭਾਵਾਂ ਤੋਂ ਆਪਣੇ ਸਰੀਰ ਨੂੰ ਅਸੀਂ ਪ੍ਰੋਟੈਕਟ ਕਰਕੇ ਬਚਾ ਕੇ ਰੱਖਣਾ ਹੈ। ਇਸ ਤਰੀਕੇ ਦਾ ਸਾਡੇ ਕੋਲ ਰਹਿਣ ਦਾ ਟਿਕਾਣਾ ਹੋਣਾ ਚਾਹੀਦਾ ਹੈ। ਜਿਹੋ ਜਿਹਾ ਮੌਸਮ ਹੋਵੇ ਉਹਦੇ ਮੁਤਾਬਕ ਸੂਟੇਬਲ ਸਾਨੂੰ ਤਨ ਦੇ ਢੱਕਣ ਦੇ ਕੱਪੜੇ ਹੋਣੇ ਚਾਹੀਦੇ ਹਨ, ਤੇ ਸਰੀਰ ਨੂੰ ਐਡਿਕੁਏਟ ਨਿਊਟ੍ਰੀਸ਼ਨ ਮਿਲਣੀ ਚਾਹੀਦੀ ਹੈ। ਸਰੀਰ ਨੂੰ ਚੱਲਦਾ ਰੱਖਣ ਵਾਸਤੇ ਸਾਨੂੰ ਖੁਰਾਕ ਮਿਲਣੀ ਚਾਹੀਦੀ ਹੈ। ਇਹ ਸਾਡੀਆਂ ਬੇਸਿਕ ਨੈਸੈਸਿਟੀਜ਼ ਹਨ, ਜਿਨ੍ਹਾਂ ਨੂੰ ਸੌਖੇ ਲਫ਼ਜ਼ਾਂ ਦੇ ਅੰਦਰ ਅਸੀਂ ਰੋਟੀ, ਕੱਪੜਾ, ਮਕਾਨ ਜਾਂ ਕੁੱਲੀ ਜੁੱਲੀ ਗੁੱਲੀ, ਇਹ ਪੁਰਾਣੀ ਪੰਜਾਬੀ 'ਚ ਔਰ ਉਰਦੂ ਦੇ ਵਿੱਚ ਇਹ ਲਫ਼ਜ਼ ਇਸਤੇਮਾਲ ਹੁੰਦੇ ਸਨ, ਉਹ ਅਸੀਂ ਵਰਤਦੇ ਹਾਂ। ਪਰ ਹੁੰਦਾ ਕੀ ਹੈ ਕਿ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਵਾਸਤੇ ਜੋ ਸਾਨੂੰ ਕੁਝ ਥੋੜ੍ਹੀ ਬਹੁਤ ਕਿਰਤ ਕਰਨੀ ਪੈਂਦੀ ਹੈ, ਉਹ ਤਾਂ ਅਸੀਂ ਕਰਦੇ ਹੀ ਹਾਂ। ਪਰ ਉੱਥੇ ਜਾ ਕੇ ਅਸੀਂ ਰੁਕ ਨਹੀਂ ਜਾਂਦੇ, ਅਸੀਂ ਹੋਰ ਵਾਧੂ ਧਨ ਕਮਾਉਣਾ ਚਾਹੁੰਦੇ ਹਾਂ। ਇਹਨਾਂ ਜ਼ਰੂਰਤਾਂ ਤੋਂ ਵਾਧੂ ਵੀ ਸੁੱਖ ਆਰਾਮ ਦੇ ਸਾਧਨ ਅਸੀਂ ਲੱਭਦੇ ਹਾਂ, ਤੇ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਸਾਡਾ ਇਸੇ ਸੋਚ ਵਿੱਚ ਔਰ ਇਸੇ ਐਫਰਟ ਵਿੱਚ ਹੀ ਲੱਗ ਜਾਂਦਾ ਹੈ ਕਿ ਜੀਵਨ ਦੇ ਸੁੱਖ ਆਰਾਮ ਦੇ ਸਾਧਨ ਅਸੀਂ ਇਕੱਠੇ ਕਰਦੇ ਰਹੀਏ। ਤੇ ਇਸ ਐਫਰਟ ਦੇ ਵਿੱਚ, ਇਸ ਉਦਮ ਦੇ ਵਿੱਚ ਅਸੀਂ ਇਹ ਗੱਲ ਤਾਂ ਭੁੱਲ ਹੀ ਜਾਂਦੇ ਹਾਂ ਕਿ ਜੋ ਕੁਝ ਅਸੀਂ ਇਹ ਸੋਚ ਕੇ ਜਿਹੜੇ ਸਾਧਨ ਅਸੀਂ ਇਕੱਠੇ ਕਰ ਰਹੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਾਨੂੰ
ਸੁੱਖ ਆਰਾਮ ਪ੍ਰੋਵਾਈਡ ਕਰਦੇ ਰਹਿਣ। ਇਹੋ ਜਿਹਾ ਮਕਾਨ ਬਣਾਈਏ ਜਿਹੜੇ ਸੈਂਕੜੇ ਸਾਲਾਂ ਤੱਕ ਕਾਇਮ ਰਵੇ। ਇੰਨਾ ਕੁ ਧਨ ਕਮਾ ਲਈਏ ਕਿ ਸਾਨੂੰ ਕਦੀ ਵੀ ਕੱਪੜੇ ਔਰ ਰੋਟੀ ਪਾਣੀ ਦੇ ਸਾਧਨਾਂ ਦੀ, ਹੋਰ ਸੁੱਖ ਆਰਾਮ ਦੇ ਸਾਧਨਾਂ ਦੀ ਕਮੀ ਨਾ ਆਵੇ। ਕਈ ਲੋਕਾਂ ਨੂੰ ਤਾਂ ਇਹ ਦਿਮਾਗ ਹੁੰਦਾ ਕਿ ਮੇਰੀਆਂ ਤਾਂ 7 ਪੁਸ਼ਤਾਂ ਜਿਹੜੀਆਂ ਨਾ ਉਹ ਵੀ ਕਦੀ ਭੁੱਖੀਆਂ ਨਹੀਂ ਮਰਨਗੀਆਂ, ਮੈਂ ਇੰਨਾ ਪੈਸਾ ਇਕੱਠਾ ਕਰ ਲਿਆ ਹੈ। ਉਹ ਕਹਿਣ ਤੋਂ ਮੁਰਾਦ ਕੀ ਹੈ ਕਿ ਬਈ ਆਪਣੇ ਨਿਰਵਾਹ ਵਾਸਤੇ ਅਸੀਂ ਜੋ ਧਨ ਕਮਾਉਂਦੇ ਹਾਂ, ਉਹ ਤਾਂ ਕਮਾਉਂਦੇ ਹੀ ਹਾਂ, ਪਰ ਅਸੀਂ ਇੱਕ ਹੱਦ ਤੋਂ ਅੱਗੇ ਵੱਧ ਕੇ ਇੰਨਾ ਜ਼ਿਆਦਾ ਵੀ ਧਨ ਜੋੜਨ 'ਚ ਆਹਰ 'ਚ ਲੱਗ ਜਾਂਦੇ ਹਾਂ ਕਿ ਫਿਰ ਆਪ ਵੀ ਅਸੀਂ ਰਿਅਲਾਈਜ਼ ਕਰਦੇ ਹਾਂ ਕਿ ਅਸੀਂ ਤਾਂ ਇੰਨਾ ਕਮਾ ਲਿਆ ਹੈ ਕਿ ਸਾਡੀਆਂ 7 ਪੁਸ਼ਤਾਂ ਵੀ ਖਰਚਦੀਆਂ ਰਹਿਣ ਤੇ ਧਨ ਮੁੱਕੇਗਾ ਨਹੀਂ। ਉਹ ਇੱਥੋਂ ਹੀ ਆਪਣੇ ਆਪ ਨੂੰ ਬੰਦੇ ਨੂੰ ਰਿਅਲਾਈਜ਼ ਹੋ ਜਾਣਾ ਚਾਹੀਦਾ ਹੈ ਕਿ ਮੈਂ ਕੁਝ ਐਕਸਟਰਾ ਜਾਂ ਓਵਰ ਹੀ ਇੰਡਲਜ ਕਰ ਰਿਹਾ ਹਾਂ। ਪਰ ਬੰਦੇ ਉਸ ਗੱਲ ਨੂੰ ਭੁੱਲ ਜਾਂਦੇ ਹਨ ਔਰ ਇਸ ਗੱਲ ਤੋਂ ਵੀ ਕਈ ਲੋਕ ਅਵੇਸਲੇ ਹੋ ਜਾਂਦੇ ਹਨ ਕਿ ਜੀਵਨ ਥੋੜ੍ਹਾ ਚਿਰ ਹੈ, ਬੜੇ ਗਿਣੇ ਮਿੱਥੇ ਸਮੇਂ ਵਾਸਤੇ ਸਵਾਸ ਮਿਲੇ ਹਨ। ਤੋ ਉਸ ਗੱਲ ਨੂੰ ਗੁਰੂ ਸਾਹਿਬ ਇੱਥੇ ਫਿਰ ਸਾਨੂੰ ਅਵੇਅਰ ਕਰਾ ਰਹੇ ਹਨ, ਦੁਬਾਰਾ ਚੇਤਾਵਨੀ ਦੇ ਰਹੇ ਹਨ ਕਿ ਘੜੀ ਕੇ ਮੋਹਤ ਕੇ ਉੱਠ ਚੱਲਣਾ। ਕਿ ਬਈ ਇੱਕ ਘੜੀ ਜਾਂ ਇੱਕ ਮੂਰਤ ਜਾਂ ਥੋੜ੍ਹਾ ਜਿਹਾ ਸਮਾਂ, ਇੰਨਾ ਕੁ ਸਮਾਂ ਹੀ ਜੀਵਨ ਦਾ ਸਾਡੇ ਪਾਸ ਹੈ ਤੇ ਉਸ ਤੋਂ ਬਾਅਦ ਇਸ ਜਗਤ ਨੂੰ ਛੱਡ ਕੇ ਸਾਨੂੰ ਇੱਥੋਂ, ਇਸ ਦੁਨੀਆ ਤੋਂ ਉੱਠ ਕੇ ਜਾਣਾ ਹੀ ਪਵੇਗਾ। ਹਮੇਸ਼ਾ ਵਾਸਤੇ ਅਸੀਂ ਇੱਥੇ ਟਿਕੇ ਨਹੀਂ ਰਹਿ ਸਕਦੇ। ਘੜੀ ਦਾ ਜੋ ਐਕਚੁਅਲ ਸਮਾਂ ਹੈ ਉਹ 24 ਮਿੰਟ ਹੁੰਦਾ ਹੈ ਤੇ ਮਹੂਰਤ ਤਾਂ ਬਿਲਕੁਲ ਸਮਝੋ 1 ਮਿੰਟ ਤੋਂ ਵੀ ਛੋਟਾ ਸਮਾਂ ਹੈ। ਤੋ ਇਹ ਲਫ਼ਜ਼ ਇਸਤੇਮਾਲ ਕਰਨ ਤੋਂ ਗੁਰੂ ਸਾਹਿਬ ਦਾ ਭਾਵ ਇਹੀ ਹੈ ਕਿ ਬਈ ਜਿੰਨਾ ਮਰਜ਼ੀ ਅਸੀਂ ਜੀਵਨ ਨੂੰ ਸਮਝੀਏ ਕਿ ਵੀ ਅਸੀਂ ਇੱਥੇ ਟਿਕੇ ਹੋਏ ਹਾਂ, ਅਸਲੀਅਤ ਇਹ ਹੈ ਕਿ ਸਾਨੂੰ ਪਤਾ ਨਹੀਂ ਹੈ ਵੀ ਸਾਡੀ ਜ਼ਿੰਦਗੀ ਬਾਕੀ ਬਚੀ ਕਿੰਨੀ ਹੈ। ਇਸੇ ਗੱਲ ਨੂੰ ਇੱਕ ਹੋਰ ਵੱਖਰੇ ਅੰਦਾਜ਼ ਦੇ ਵਿੱਚ ਗੁਰੂ ਸਾਹਿਬ ਨੇ ਗੁਰਬਾਣੀ 'ਚ ਫਰਮਾਇਆ ਹੈ ਕਿ ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ। ਕਿ ਸਾਡੇ ਕੋਲ ਕਿੰਨੀ ਮੋਹਲਤ ਬਚੀ ਹੈ, ਕਿੰਨਾ ਮੂਰਤ, ਕਿੰਨਾ ਟਾਈਮ ਬਾਕੀ ਬਚਿਆ ਹੈ, ਸਾਨੂੰ ਕਿਸੇ ਨੂੰ ਪਤਾ ਹੀ ਨਹੀਂ ਹੈ। ਅਸੀਂ ਤਾਂ ਇੱਕ ਦਮ ਦੇ ਸਹਾਰੇ ਜਿਉਂਦੇ ਹਾਂ। ਦਮ ਦਾ ਅਰਥ ਹੁੰਦਾ ਹੈ ਸਵਾਸ, ਸਾਹ। ਸਾਹ ਆ ਜਾਵੇ ਤੇ ਜੀਵਨ ਚੱਲ ਰਿਹਾ ਹੈ, ਸਾਹ ਚੱਲਣਾ ਬੰਦ ਹੋ ਜਾਵੇ ਤੇ ਜੀਵਨ ਖਤਮ ਹੈ। ਤੋ ਇਸ ਕਰਕੇ ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਤੋ ਇਸ ਕਰਕੇ ਸਾਨੂੰ ਇਸ ਗੱਲ ਦੀ ਅਵੇਅਰਨੈਸ ਤਾਂ ਹੋਣੀ ਚਾਹੀਦੀ ਹੈ ਕਿ ਸਾਡਾ ਜੀਵਨ ਉਤਨਾ ਹੀ ਹੈ ਜਿਤਨਾ ਚਿਰ ਤੱਕ ਸਵਾਸ ਚੱਲ ਰਹੇ ਹਨ, ਤੇ ਜਿਹੜਾ ਸਵਾਸ ਆ ਗਿਆ ਹੈ ਉਹ ਅਸ਼ੋਰੈਂਸ ਹੈ ਕਿ ਵੀ ਹਾਂ ਅਸੀਂ ਜੀਂਦੇ ਹਾਂ। ਤੇ ਅਗਲੇ ਸਵਾਸ ਨੇ ਆਉਣਾ ਹੈ ਕਿ ਨਹੀਂ ਆਉਣਾ, ਇਹਦੇ ਬਾਰੇ ਸਾਨੂੰ ਆਪ ਨੂੰ ਨਹੀਂ ਪਤਾ। ਤੋ ਇਸ ਕਰਕੇ ਬਹੁਤੀਆਂ ਲੰਮੀਆਂ ਸਕੀਮਾਂ, ਬਹੁਤੇ ਲੰਮੇ ਪਲੈਨਿੰਗ ਕਰਕੇ ਇੰਨਾ ਜ਼ਿਆਦਾ ਧਨ ਪਦਾਰਥ ਇਕੱਠੇ ਕਰਨ ਦੇ ਆਹਾਰ ਵਿੱਚ ਜੁੜਨਾ ਜਿਹੜਾ ਹੈ ਉਹ ਇੱਕ ਤਰੀਕੇ ਦਾ ਟੰਟਾ ਹੀ ਹੈ। ਗੁਰੂ ਸਾਹਿਬ ਉਹ ਸਾਨੂੰ ਇਸ ਗੱਲ ਤੋਂ ਮਨਾ ਕਰ ਰਹੇ ਹਨ ਕਿ ਟੰਚ ਕਰੋ ਕਿਆ ਪ੍ਰਾਣੀ, ਤੂੰ ਕਿਉਂ ਇਹ ਟੰਟੇ 'ਚ ਪਿਆ ਹੋਇਆ, ਕਿਉਂ ਇਸ ਖਲਜਗਨ ਵਿੱਚ ਪਿਆ ਹੋਇਆ ਹੈ ਕਿ ਮੈਂ ਆਉਣ ਵਾਲੇ ਲੰਮੇ ਸਮੇਂ ਵਾਸਤੇ, ਆਪਣੀਆਂ ਅੱਗੇ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਵੀ ਧਨ ਜੋੜਾਂ, ਇੰਨਾ ਹੋਰ ਪੈਸਾ ਕਮਾ ਲਵਾਂ ਕਿ ਮੇਰੀਆਂ ਆਉਣ ਵਾਲੀਆਂ ਪੁਸ਼ਤਾਂ ਤੱਕ ਵੀ ਕਿਸੇ ਨੂੰ ਪੈਸੇ ਦੀ ਕਮੀ ਨਾ ਹੋਵੇ। ਇਹ ਗੱਲ ਬੰਦਾ ਭੁੱਲ ਹੀ ਜਾਂਦਾ ਹੈ ਕਿ ਜਿਸ ਮਾਲਕ ਨੇ ਸਾਨੂੰ ਆਪਣਾ ਪਾਲਣ ਪੋਸ਼ਣ ਕਰਨ ਦੀ ਸਮਰੱਥਾ ਦਿੱਤੀ ਹੈ, ਉਹ ਸਾਡੀਆਂ ਆਉਣ ਵਾਲੀ ਨਸਲਾਂ ਨੂੰ ਵੀ ਉਹ ਪ੍ਰੋਵਾਈਡ ਕਰੇਗਾ ਹੀ। ਇਹ ਦਾਤਾਂ ਵੀ ਤਾਂ ਉਹਦੀਆਂ ਦਿੱਤੀਆਂ ਹੋਈਆਂ ਹਨ। ਅਸੀਂ ਕੋਈ ਖਾਸ ਸਪੈਸ਼ਲਿਟੀ ਤਾਂ ਨਹੀਂ ਹਾਂ ਕਿ ਜਿਹੜਾ ਸਾਨੂੰ ਕਿਧਰੋਂ ਇਹ ਸਰੀਰਕ ਤਾਕਤਾਂ, ਇਹ ਚੀਜ਼ਾਂ ਦਾਤਾਂ ਮਿਲ ਗਈਆਂ ਹਨ ਕਿ ਹੋਰ ਕਿਸੇ ਨੂੰ ਮਿਲਣੀਆਂ ਹੀ ਨਹੀਂ ਹਨ। ਪਰਮਾਤਮਾ ਤਾਂ ਹਰ ਕਿਸੇ ਨੂੰ ਦਾਤਾਂ ਬਖਸ਼ਿਸ਼ਾਂ ਦੇ ਹੀ ਜਾ ਰਿਹਾ ਹੈ। ਤੋ ਇਸ ਕਰਕੇ ਇਸ ਭਰੋਸੇ ਦੇ ਉੱਤੇ ਕਿ ਪਰਮਾਤਮਾ ਜਿਸ ਜੀਵ ਨੂੰ ਪੈਦਾ ਕਰਦਾ ਹੈ ਉਹਦੇ ਰਿਜ਼ਕ ਦਾ ਇੰਤਜ਼ਾਮ ਵੀ ਪਹਿਲੋਂ ਆਪ ਕਰਕੇ ਰੱਖਦਾ ਹੈ। ਤੇ ਪ੍ਰਾਣੀ ਨੂੰ ਇਹ ਬਹੁਤ ਜ਼ਿਆਦਾ ਮਾਇਆ ਦੇ ਮਗਰ ਪੈ ਕੇ ਉਹਦੇ ਵਿੱਚ ਖਚਤ ਹੋਣ ਦੀ, ਉਸ ਧੰਦੇ 'ਚ ਪੈਣ ਦੀ ਜ਼ਰੂਰਤ ਨਹੀਂ ਹੈ। ਇਹੀ ਪ੍ਰੇਰਨਾ ਗੁਰੂ ਸਾਹਿਬ ਇੱਥੇ ਕਰ ਰਹੇ ਹਨ ਕਿ ਟੰਚ ਕਰੋ ਕਿਆ ਪ੍ਰਾਣੀ, ਇਹ ਪ੍ਰਾਣੀ ਤੂੰ ਕਿਉਂ ਟੰਟੇ 'ਚ ਪਿਆ ਹੋਇਆ ਹੈ, ਕਿਉਂ ਇਸ ਖਲਜਗਨ, ਕਿਸ ਉਲਝਣ 'ਚ ਪਿਆ ਹੋਇਆ ਹੈ। ਤੂੰ ਇਹ ਰਿਅਲਾਈਜ਼ ਕਰ, ਇਸ ਗੱਲ ਨੂੰ ਧਿਆਨ 'ਚ ਰੱਖ ਕਿ ਘੜੀ ਕੇ ਮੋਹਤ ਕੇ ਉੱਠ ਚੱਲਣਾ, ਕਿ ਤੂੰ ਇਸ ਸੰਸਾਰ ਤੋਂ ਬੜੇ ਥੋੜ੍ਹੇ ਸਮੇਂ ਦਾ ਹੀ ਇੱਥੇ ਵਾਸੀ ਹੈ ਤੇ ਮੁੜ ਕੇ ਤੇ ਇੱਥੋਂ ਥੋੜ੍ਹੇ ਜਿਹੜਾ ਸਮਾਂ ਬੀਤ ਜਾਏਗਾ ਤਾਂ ਇੱਥੋਂ ਉੱਠ ਕੇ ਤੂੰ ਚਲੇ ਜਾਣਾ ਹੈ। ਤੇ ਇਸ ਟੰਚ ਕਰਕੇ, ਇਸ ਟੰਟੇ ਵਿੱਚ ਫਸੇ ਹੋਣ ਕਰਕੇ ਕਿਤੇ ਉਹ ਕੰਮ ਕਰਨ ਤੋਂ ਅਵੇਸਲਾ ਨਾ ਹੋ ਜਾਏ ਜਿਸ ਕੰਮ ਵਾਸਤੇ ਪ੍ਰਮਾਤਮਾ ਨੇ ਤੈਨੂੰ ਇਸ ਜਗਤ ਵਿੱਚ ਮਨੁੱਖਾ ਜਨਮ ਦੇ ਕੇ ਭੇਜਿਆ ਹੈ। ਤੋ
ਉਸ ਪਾਸਿਓਂ ਚੇਤਾਵਨੀ ਦਿੰਦੇ ਹੋਏ ਗੁਰੂ ਸਾਹਿਬ ਕਹਿੰਦੇ ਹਨ ਕਿ ਜੂਐ ਜਨਮ ਨਾ ਹਾਰੋ ਆਪਣਾ, ਭਾਜ ਪੜੋ ਤੁਮ ਹਰ ਸ਼ਰਨਾ। ਜੂਐ ਜਨਮ ਨਾ ਹਾਰੋ। ਜੂਏ ਦੇ ਬਾਰੇ ਦੇਖੋ, ਇਨਸਾਨੀ ਸਮਾਜ ਦੇ ਅੰਦਰ ਜੂਏ ਦੀ ਐਕਟੀਵਿਟੀ ਤੋਂ ਅਸੀਂ ਫੈਮੀਲੀਅਰ ਹਾਂ ਕਿ ਜਿਹੜੇ ਲੋਕ ਜੂਆ ਖੇਡਦੇ ਹਨ, ਜੂਆ ਹੁੰਦਾ ਕੀ ਹੈ? ਜੂਆ ਹੁੰਦਾ ਹੈ ਕਿ ਅਸੀਂ ਆਪਣੇ ਕੁਝ ਪੋਜੈਸ਼ਨ ਨੂੰ ਸਟੇਕ ਤੇ ਲਗਾ ਦਿੰਦੇ ਹਾਂ, ਬੈਟ ਕਰਦੇ ਹਾਂ ਕਿ ਆਉਣ ਵਾਲਾ ਇਵੈਂਟ ਜਿਹੜਾ ਹੈ ਉਹ ਇਸ ਤਰੀਕੇ ਦਾ ਹੋਏਗਾ। ਫੋਰ ਐਗਜ਼ਾਮਪਲ ਬਹੁਤੇ ਲੋਕ ਤਾਸ਼ ਦੇ ਮਾਧਿਅਮ ਦੇ ਰਾਹੀਂ ਜੂਆ ਖੇਡਦੇ ਹਨ। ਅੱਜ ਕੱਲ੍ਹ ਤਾਂ ਹੋਰ ਵੀ ਬੜੇ ਸਾਧਨ ਹੋ ਗਏ ਹਨ। ਈਵਨ ਕ੍ਰਿਕਟ ਦਾ ਮੈਚ ਹੁੰਦਾ ਹੈ ਜਾਂ ਹੋਰ ਫੁੱਟਬਾਲ ਦੇ ਮੈਚ ਦੂਜੇ ਤੀਜੇ ਹੁੰਦੇ ਹਨ, ਉਹਨਾਂ ਦੇ ਰਾਹੀਂ ਵੀ ਲੋਕ ਜੂਆ ਖੇਡਦੇ ਹਨ। ਇਲੈਕਸ਼ਨਾਂ ਹੁੰਦੀਆਂ ਹਨ ਤੇ ਇਲੈਕਸ਼ਨ ਰਿਜ਼ਲਟ ਦੇ ਆਊਟਕਮ ਦੇ ਬਾਰੇ ਵੀ ਲੋਕੀ ਜੂਏ ਦੇ ਜਿਹੜੀ ਸ਼ਰਤਾਂ ਲਗਾਉਂਦੇ ਹਨ, ਜੂਆ ਖੇਡਦੇ ਹਨ। ਕਿਸੇ ਵੀ ਕਿਸਮ ਦਾ ਜੂਆ ਹੋਵੇ, ਉਹਦੇ ਅੰਦਰ ਇਹ ਦੋ ਚੀਜ਼ਾਂ ਐਸੈਂਸ਼ੀਅਲ ਹੁੰਦੀਆਂ ਹਨ। ਇੱਕ ਹੁੰਦੀ ਹੈ ਕਿ ਇੱਕ ਬੰਦਾ ਸਟੇਕ ਲਗਾਉਂਦਾ ਹੈ, ਇੱਕ ਬੰਦਾ ਬੈਟ ਲਗਾਉਂਦਾ ਹੈ ਕਿ ਆਉਣ ਵਾਲਾ ਇਵੈਂਟ ਇਸ ਤਰੀਕੇ ਦਾ ਹੋਏਗਾ। ਜਿਵੇਂ ਮੰਨ ਲਓ ਕਿਸੇ ਨੇ ਇਹ ਸ਼ਰਤ ਲਗਾ ਲਈ ਕਿ ਇੰਡੀਆ ਪਾਕਿਸਤਾਨ ਦਾ ਮੈਚ ਹੋ ਰਿਹਾ ਹੈ, ਇੰਡੀਆ ਜਿੱਤੇਗੀ ਜਾਂ ਪਾਕਿਸਤਾਨ ਜਿੱਤੇਗਾ। तो ਆਪੋ ਆਪਣੀ ਸਮਝ ਦੇ ਮੁਤਾਬਕ ਲੋਕ ਬੋਲੀਆਂ ਲਗਾਉਂਦੇ ਹਨ। तो ਕਿਸੇ ਨੂੰ ਲੱਗਦਾ ਹੈ ਕਿ ਬਈ ਇੰਡੀਆ ਦੇ ਚਾਂਸਸ ਜਿਹੜੇ ਨੇ ਉਹ 75% ਜਿੱਤਣ ਦੇ ਨੇ, ਪਾਕਿਸਤਾਨ ਦੇ 25% ਜਿੱਤਣ ਦੇ ਨੇ। ਕਿਸੇ ਨੂੰ ਲੱਗਦਾ ਨਹੀਂ 50-50 ਚਾਂਸ ਹੈ। तो ਇਸ ਤਰੀਕੇ ਦੇ ਨਾਲ ਬੁਕੀਜ਼ ਜਿਹੜੇ ਨੇ ਉਹਨਾਂ ਦਾ ਕੰਮ ਹੁੰਦਾ ਜੂਆ ਖਿਡਾਉਣ ਵਾਲੇ ਜਿਹੜੇ ਨੇ, ਜੂਏ ਖਾਨੇ ਦੇ ਮਾਲਕ ਜਿਵੇਂ ਨੇ, ਜਿਵੇਂ ਕੈਸੀਨੋ ਦੇ ਮਾਲਕ ਨੇ, ਉਹ ਇੱਕ ਐਸੀ ਫੈਸਿਲਿਟੀ ਪ੍ਰੋਵਾਈਡ ਕਰਦੇ ਹਨ ਜਿੱਥੇ ਵੱਖੋ ਵੱਖਰੇ ਜੂਆ ਖੇਡਣ ਵਾਲੇ ਆ ਕੇ ਆਪਣੀ ਸਿਆਣਪ ਨੂੰ ਟੈਸਟ ਕਰਦੇ ਹਨ ਤੇ ਇਹ ਉਮੀਦ ਕਰਦੇ ਹਨ ਕਿ ਜੋ ਸਾਡੀ ਜਜਮੈਂਟ ਹੈ ਉਹ 100% ਹੀ ਠੀਕ ਨਿਕਲੇਗੀ ਔਰ ਸਾਨੂੰ ਇਸ ਕਰਕੇ ਉਹਨਾਂ ਲੋਕਾਂ ਪਾਸੋਂ ਕੁਝ ਹਾਸਲ ਕਰਨ ਦਾ ਮੌਕਾ ਮਿਲ ਜਾਏਗਾ ਜਿਨ੍ਹਾਂ ਦੀ ਸਮਝ ਸਾਡੇ ਤੋਂ ਘੱਟ ਹੋਏਗੀ। ਮੰਨ ਲਓ ਹੁਣ ਇੰਡੀਆ ਪਾਕਿਸਤਾਨ ਦੇ ਮੈਚ ਦੇ ਉੱਤੇ ਕਿਸੇ ਨੇ ਜੂਏ ਦੇ ਉੱਤੇ ਇਹ ਬੈਟ ਲਗਾ ਦਿੱਤੀ ਕਿ ਇੰਡੀਆ ਜਿੱਤੇਗੀ ਔਰ ਦੂਜੇ ਨੇ ਲਗਾਈ ਨਹੀਂ ਪਾਕਿਸਤਾਨ ਜਿੱਤੇਗਾ, ਜਾਂ odds ਦੇ ਦਿੰਦੇ ਹਨ ਕਿ ਬਈ 2:1 ਹੈ। ਤਾਂ ਜਿਹੜਾ ਬੰਦੇ ਨੂੰ ਬਹੁਤ ਸ਼ੋਰ ਹੈ ਕਿ ਵੀ ਇੰਡੀਆ ਜਿੱਤੇਗੀ, ਉਹ 2 ਰੁਪਏ ਸਟੇਕ ਤੇ ਲਗਾ ਕੇ 1 ਰੁਪਏ ਦੇ ਨਫੇ ਵਾਸਤੇ ਵੀ ਤਿਆਰ ਹੋ ਜਾਏਗਾ ਵੀ ਉਹ ਮੈਨੂੰ ਤਾਂ ਪਤਾ ਹੀ ਹੈ ਕਿ ਇੰਡੀਆ ਨੇ ਜਿੱਤਣਾ ਹੈ। तो 2 ਰੁਪਏ ਲਗਾਏਗਾ ਕਿ ਬਈ ਜੇ ਇੰਡੀਆ ਜਿੱਤ ਗਈ ਤੇ ਮੈਨੂੰ 1 ਰੁਪਇਆ ਨਫਾ ਮਿਲ ਜਾਏਗਾ। ਤੇ ਜਿਹੜਾ ਪਾਕਿਸਤਾਨ ਦੇ ਲਗਾ ਰਿਹਾ ਉਹ ਕਹਿ ਰਿਹਾ ਕਿ ਮੈਂ 1 ਲਗਾਵਾਂਗਾ ਮੈਨੂੰ 2 ਮਿਲ ਜਾਣਗੇ, ਮੈਨੂੰ ਤਾਂ ਪਤਾ ਹੈ ਕਿ ਜਿੱਤਣ ਦਾ ਚਾਂਸ ਹੈ। तो ਇਹ ਸਾਰੀ ਜੂਏ ਦੇ ਅੰਦਰ ਕੀ ਹੁੰਦਾ ਹੈ ਕਿ ਆਪਣੇ ਨੌਲੇਜ ਦੇ ਉੱਤੇ, ਆਪਣੇ ਗਿਆਨ ਦੇ ਉੱਤੇ ਭਰੋਸਾ ਤੇ ਆਊਟਕਮ ਫਿਊਚਰ ਨੂੰ ਪ੍ਰੀਡਿਕਟ ਕਰਨ ਦੀ ਜੋ ਜਿਹੜੀ ਸਾਨੂੰ ਅਸੀਂ ਸਮਝਦੇ ਹਾਂ ਸਾਡੀ ਸਮਰੱਥਾ ਹੈ, ਉਹਦੇ ਉੱਤੇ ਸਾਡਾ ਕੌਨਫੀਡੈਂਸ ਹੁੰਦਾ ਹੈ, ਉਹਦਾ ਆਧਾਰ ਹੁੰਦਾ ਹੈ ਜੂਆ। ਪਰ ਇਹ ਗੱਲ ਤਾਂ ਸਾਰੇ ਹੀ ਸਮਝਦਾਰ ਲੋਕ ਸਮਝਦੇ ਹਨ ਕਿ ਫਿਊਚਰ ਨੂੰ ਪ੍ਰੀਡਿਕਟ ਕਰਨਾ ਨਾਮੁਮਕਿਨ ਹੁੰਦਾ ਹੈ। ਅਸੀਂ ਪ੍ਰੋਬੇਬਿਲਿਟੀ ਜ਼ਰੂਰ ਐਸਟੀਮੇਟ ਕਰ ਸਕਦੇ ਹਾਂ ਪਰ ਉਹ ਐਸਟੀਮੇਟ ਹੁੰਦੇ ਹਨ। ਕਿਸੇ ਚੀਜ਼ ਦਾ ਅਗਰ ਪ੍ਰੋਬੇਬਿਲਿਟੀ 99% ਵੀ ਹੋਵੇ ਤਾਂ ਵੀ 1% ਆਊਟਕਮ ਤਾਂ ਅਗੇਂਸਟ ਜਾਣ ਦਾ ਚਾਂਸ ਰਹਿੰਦਾ ਹੀ ਹੈ ਨਾ। ਤੇ ਕਿਸੇ ਨਾ ਕਿਸੇ ਮੌਕੇ ਤੇ ਉਹ 1% ਵਾਲਾ ਇਵੈਂਟ ਵੀ ਜ਼ਰੂਰ ਹੋਏਗਾ ਔਰ ਇਹ ਕਿਸੇ ਨੂੰ ਨਹੀਂ ਪਤਾ ਕਿ ਉਹ ਕਿਹੜਾ ਇਵੈਂਟ ਹੋਏਗਾ ਜਦੋਂ ਉਹ 1% ਵਾਲਾ ਜਿਹੜਾ ਇਵੈਂਟ ਹੈ ਉਹਨੇ ਹੋ ਜਾਣਾ ਹੈ। तो मान लो 99% ਪ੍ਰੋਬੇਬਿਲਿਟੀ ਵੀ ਕਿਸੇ ਚੀਜ਼ ਦੀ ਹੋਵੇ ਕਿ ਬਈ ਇਹ ਰਿਜ਼ਲਟ A ਆਣਾ ਹੈ ਤੇ 1% ਪ੍ਰੋਬੇਬਿਲਿਟੀ ਹੋਵੇ ਕਿ ਰਿਜ਼ਲਟ B ਆਣਾ ਹੈ। ਤੇ ਕਦੋਂ B ਨੇ ਆ ਜਾਣਾ ਹੈ, ਭਾਵੇਂ ਉਹ 100 ਚੋਂ ਇੱਕ ਵਾਰੀ ਆਣਾ ਹੈ, ਇਹ ਕਦੋਂ ਕਿਸੇ ਨੂੰ ਨਹੀਂ ਪਤਾ। ਹੁਣ ਜਿਵੇਂ ਅੱਜ ਵੈਕਸੀਨ ਦੇ ਵਿੱਚ ਵੀ ਕਹਿੰਦੇ ਹਨ ਕਿ ਜੀ ਲੱਖ ਦੇ ਪਿੱਛੇ 2-3 ਬੰਦੇ ਜਿਹੜੇ ਹਨ ਉਹਨਾਂ ਨੂੰ ਰਿਐਕਸ਼ਨ ਹੋ ਜਾਂਦਾ ਹੈ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਪਰ ਜਿਹੜੇ ਲੱਖ ਵਿੱਚੋਂ 2 ਬੰਦਿਆਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਵਾਸਤੇ ਤੇ ਉਹ 100% ਇਵੈਂਟ ਹੀ ਹੈ ਨਾ। ਉਹਨਾਂ ਨੂੰ ਕੀ ਹੈ ਕਿ ਬਾਕੀ ਦੇ 99,98,99,000 ਤੇ ਜਿੰਨੇ 998 ਬੰਦਿਆਂ ਨੂੰ ਕੁਝ ਨਹੀਂ ਹੋਇਆ, ਪਰ ਜਿਹੜੇ 2 ਬੰਦਿਆਂ ਨੂੰ ਹੋ ਗਿਆ ਉਹਨਾਂ ਵਾਸਤੇ ਤਾਂ 100% ਹੀ ਹੋ ਗਿਆ। ਪਰ ਕਿਹੜੇ 2 ਬੰਦਿਆਂ ਨੂੰ ਹੋਣਾ ਹੈ ਇਹ ਕੋਈ ਨਹੀਂ ਦੱਸ ਸਕਦਾ। ਉਹ ਇਸ ਕਰਕੇ ਇਹ ਜੂਆ ਜਿਹੜਾ ਹੁੰਦਾ ਹੈ ਇਹ ਅਨਨੋਨ ਨੂੰ ਪ੍ਰੀਡਿਕਟ ਕਰਨ ਦਾ ਜਿਹੜੀ ਆਦਤ ਹੈ ਜਾਂ ਜੋ ਐਕਸਰਸਾਈਜ਼ ਹੈ ਉਹਦੇ ਵਿੱਚ ਹਾਰ ਦਾ ਜੋ ਪ੍ਰੋਬੇਬਿਲਿਟੀ ਹੈ ਉਹ ਹਮੇਸ਼ਾ ਕਾਇਮ ਰਹਿੰਦੀ ਹੈ। ਔਰ ਜਦੋਂ ਹਾਰ ਹੁੰਦੀ ਹੈ ਤੇ ਫਿਰ ਜਿਹੜਾ ਜੁਆਰੀ ਹੈ ਉਹਨੂੰ ਬਹੁਤ ਹੀ ਸੀਵੀਅਰ ਡਿਸਅਪਾਇੰਟਮੈਂਟ ਹੁੰਦੀ ਹੈ। ਉਹ ਅਗਰ ਜੇ ਮਨੁੱਖਾ ਜਨਮ ਨੂੰ ਹੀ ਕੋਈ ਬੰਦਾ ਬੈਟ ਤੇ ਲਗਾ ਦੇਵੇ ਤੇ ਸੋਚੇ ਕਿ ਨਹੀਂ ਪੋਸੀਬਲ ਹੈ ਕਿ ਮਾਇਆ ਕਮਾ ਕੇ ਵੀ ਮਨੁੱਖਾ ਜਨਮ ਨੂੰ ਸਫਲ ਕੀਤਾ ਜਾ ਸਕਦਾ ਹੈ,
ਰੱਬ ਦੇ ਸਿਮਰਨ ਕਰਨ ਦੀ ਲੋੜ ਹੀ ਨਹੀਂ ਹੈ, ਰੱਬ ਨੂੰ ਚੇਤੇ ਰੱਖਣ ਦੀ ਲੋੜ ਹੀ ਨਹੀਂ ਹੈ, ਉਹ ਇਹ ਬੈਟ ਲਗਾ ਲਵੇ ਕਿ ਬਈ ਮਾਇਆ ਦੇ ਰਾਹੀਂ ਵੀ ਜਨਮ ਸਫਲ ਹੋ ਸਕਦਾ ਹੈ, ਤਾਂ ਫਿਰ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਤਾਂ ਜੂਏ ਜਨਮ ਹਾਰਨ ਵਾਲੀ ਗੱਲ ਹੈ। ਤੋ ਐਸਾ ਨਾ ਕਰੋ। ਜੋ ਪ੍ਰਭੂ ਦੇ ਨਾਲ ਅਭੇਦ ਹਨ, ਜੋ ਗੁਰੂ ਪ੍ਰਮਾਤਮਾ ਦੇ ਨਾਲ ਅਭੇਦ ਹੈ, ਇੱਕਮਿਕ ਹੈ। ਗੁਰੂ ਜਾਣਦਾ ਹੈ ਕਿ ਮਨੁੱਖਾ ਜੀਵਨ ਨੂੰ ਸਫਲ ਕਰਨ ਦਾ ਕੀ ਢੰਗ ਹੈ, ਕਿਵੇਂ ਮਨੁੱਖਾ ਜਨਮ ਦੀ ਸਹੀ ਵਰਤੋਂ ਕੀਤੀ ਜਾ ਸਕਦੀ ਹੈ। ਤੋ ਇਹ ਗੱਲ ਗੁਰੂ ਜਾਣਦਾ ਹੈ, ਕਿਉਂਕਿ ਗੁਰੂ ਪਰਮਾਤਮਾ ਨਾਲ ਅਭੇਦ ਹੈ। ਤਾਂ ਇਸ ਲਈ ਉਹ ਚੇਤਾਵਨੀ ਦੇ ਰਹੇ ਹਨ ਕਿ ਜੂਏ ਜਨਮ ਨਾ ਹਾਰੋ ਆਪਣਾ, ਭਾਜ ਪੜੋ ਤੁਮ ਹਰ ਚਰਨਾ। ਇਸ ਲਈ ਪਰਮਾਤਮਾ ਨੂੰ ਭੁਲਾ ਕੇ ਮਾਇਆ ਦੇ ਮਗਰ ਪਏ ਰਹਿਣਾ, ਮਾਇਆ ਦੇ ਸਾਧਨਾਂ ਨੂੰ ਅਰਜਿਤ ਕਰਨ ਦੇ ਵਿੱਚ ਹੀ ਜ਼ਿੰਦਗੀ ਖਚਤ ਕਰ ਦੇਣੀ, ਸਾਰੀ ਜ਼ਿੰਦਗੀ ਮੁਕਾ ਦੇਣੀ, ਇਹ ਜੂਆ ਖੇਡਣ ਦੇ ਤੁਲ ਹੈ, ਔਰ ਜਿਹਦੀ ਪ੍ਰੋਬੇਬਿਲਿਟੀ ਵੀ ਸਾਨੂੰ ਕੋਈ ਨਹੀਂ ਪਤਾ ਹੈ। ਅਸਲੀਅਤ ਤਾਂ ਇਹ ਹੈ ਕਿ ਇਹਦੀ ਪ੍ਰੋਬੇਬਿਲਿਟੀ ਜ਼ੀਰੋ ਹੈ। ਅਸੀਂ ਜ਼ੀਰੋ ਪ੍ਰੋਬੇਬਿਲਿਟੀ ਵਾਲੇ ਇਵੈਂਟ ਦੇ ਉੱਤੇ ਬੈਟ ਲਗਾ ਰਹੇ ਹਾਂ ਕਿ ਬਈ ਅਸੀਂ ਮਾਇਆ ਇਕੱਠੀ ਕਰਕੇ ਵੀ ਇਹ ਮਨੁੱਖਾ ਜੀਵਨ ਨੂੰ ਸਫਲ ਕਰ ਲਵਾਂਗੇ, ਇਹ ਸਾਡੇ ਬੜੇ ਕੰਮ ਆਏਗੀ। ਜਿਹੜੇ ਅਸੀਂ ਦੁਨਿਆਵੀ ਰਿਸ਼ਤੇਦਾਰੀਆਂ ਬਣਾ ਰਹੇ ਹਾਂ ਜੀ, ਦੁਨਿਆਵੀ ਪਦਵੀਆਂ ਅਸੀਂ ਹਾਸਲ ਕਰ ਰਹੇ ਹਾਂ, ਅਸੀਂ ਉਹਨਾਂ ਦੇ ਆਧਾਰ ਦੇ ਉੱਤੇ ਮਨੁੱਖਾ ਜੀਵਨ ਨੂੰ ਸਫਲ ਕਰ ਲਵਾਂਗੇ। ਇਹ ਜ਼ੀਰੋ ਪ੍ਰੋਬੇਬਿਲਿਟੀ ਵਾਲਾ ਇਵੈਂਟ ਹੈ ਜਿਹਦੇ ਉੱਤੇ ਅਸੀਂ ਬੈਟ ਕਰ ਰਹੇ ਹਾਂ। ਪਰ ਗੁਰੂ ਸਾਨੂੰ ਉਹ ਬੈਟ ਕਰਨ ਵਾਸਤੇ, ਉਸ ਇਵੈਂਟ ਨੂੰ ਬੈਕ ਕਰਨ ਵਾਸਤੇ ਸਲਾਹ ਦੇ ਰਹੇ ਹਨ, ਜਿਹੜੀ ਪ੍ਰੋਬੇਬਿਲਿਟੀ 100% ਹੈ ਕਿ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਪਾਓ, ਉਹਦੀ ਸਿਫਤ ਸਲਾਹ ਦੇ ਨਾਲ ਜੁੜੋ, ਤਾਂ ਜ਼ਰੂਰ ਇਹ ਮਨੁੱਖਾ ਜੀਵਨ ਸਫਲ ਹੋ ਜਾਏਗਾ। ਤਾਂ ਉਹੀ ਪ੍ਰੇਰਨਾ ਗੁਰੂ ਸਾਹਿਬ ਇੱਥੇ ਕਰ ਰਹੇ ਹਨ ਕਿ ਜੂਏ ਜਨਮ ਨਾ ਹਾਰੋ ਆਪਣਾ, ਭਾਜ ਪੜੋ ਤੁਮ ਹਰ ਚਰਨਾ। ਅਗਲੀ ਪੌੜੀ ਦੇ ਅੰਦਰ ਹੁਣ ਠੱਠੇ ਅੱਖਰ ਨੂੰ ਵਰਤ ਕੇ ਗੁਰੂ ਸਾਹਿਬ ਫਰਮਾਉਂਦੇ ਹਨ, ਠੱਠੇ ਠਾਂਡ ਵਰਤੀ ਤਿੰਨ ਅੰਤਰ, ਹਰ ਚਰਨੀ ਜਿਨਕਾ ਚਿਤ ਲਾਗਾ, ਚਿਤ ਲਾਗਾ ਸੇਈ ਜਨ ਨਿਸਤਰੇ, ਉਹ ਪ੍ਰਸਾਦੀ ਸੁਖ ਪਾਇਆ। ਠੱਠੇ ਅੱਖਰ ਨੂੰ ਵਰਤ ਕੇ ਗੁਰੂ ਸਾਹਿਬ ਕਹਿੰਦੇ ਹਨ ਕਿ ਠਾਂਡ ਵਰਤੀ ਤਿੰਨ ਅੰਤਰ, ਠਾਂਡ ਠੰਡ ਸ਼ਾਂਤੀ, ਵਰਤੀ ਹੋ ਗਈ, ਠੰਡ ਪੈ ਗਈ, ਠੰਡ ਵਰਤ ਗਈ। ਇਹ ਵਰਤੀ ਦਾ ਮਤਲਬ ਇਹ ਹੁੰਦਾ ਹੈਗਾ ਕਿ ਸਪਰੈਡ ਹੋ ਗਈ, ਸਭ ਜਗ੍ਹਾ ਤੇ ਠੰਡ ਹੋ ਗਈ। ਜਿਵੇਂ ਮੰਨ ਲਓ ਗਰਮੀ ਦਾ ਮੌਸਮ ਹੋਵੇ ਤੇ ਬਹੁਤ ਜ਼ੋਰਦਾਰ ਬਾਰਿਸ਼ ਪੈ ਜਾਵੇ, ਫਿਰ ਜਦੋਂ ਬਾਰਿਸ਼ ਬੰਦ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਰ ਹਲਕੀ ਹਲਕੀ ਹਵਾ ਚੱਲਣੀ ਸ਼ੁਰੂ ਹੋ ਜਾਵੇ, ਤਾਂ ਐਸਾ ਠੰਡਾ ਪਲੇਜ਼ੈਂਟ ਮੌਸਮ ਹੋ ਜਾਂਦਾ, ਲੋਕੀ ਕਹਿੰਦੇ ਨੇ ਲੈ ਵੀ ਇਹ ਤਾਂ ਪਹਾੜਾਂ ਵਾਲਾ ਮੌਸਮ ਇੱਥੇ ਵੀ ਆ ਗਿਆ, ਠੰਡ ਵਰਤ ਗਈ ਹੈ। ਤੋ ਜਿਹੜਾ ਠੰਡ ਵਰਤੀ ਤੋਂ ਭਾਵ ਇਹ ਹੈ ਕਿ ਆਲਾ ਦੁਆਲਾ ਸਾਰਾ ਜਿਹੜਾ ਹੈ ਉਹ ਠੰਡ ਵਾਲਾ ਹੋ ਜਾਂਦਾ ਹੈ। ਮਨੁੱਖੀ ਮਨ ਦੇ ਸੰਦਰਭ ਦੇ ਵਿੱਚ ਠੰਡ ਵਰਤਨ ਤੋਂ ਭਾਵ ਹੈ ਮਨ ਨੂੰ ਸ਼ਾਂਤੀ ਮਿਲ ਜਾਣੀ। ਪਰ ਇੱਥੇ ਮਨ ਦੀ ਗੱਲ ਚੱਲ ਰਹੀ ਹੈ, ਤਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਠੰਡ ਵਰਤੀ ਤਿੰਨ ਅੰਤਰ, ਉਹਨਾਂ ਦੇ ਮਨਾਂ ਦੇ ਅੰਦਰ ਠੰਡ ਵਰਤ ਜਾਂਦੀ ਹੈ, ਸ਼ਾਂਤੀ ਹੋ ਜਾਂਦੀ ਹੈ। ਤਿੰਨ ਅੰਤਰ ਉਹਨਾਂ ਦੇ ਅੰਦਰ, ਹਰ ਚਰਨੀ ਜਿਨਕਾ ਚਿਤ ਲੱਗਾ, ਜਿਨ੍ਹਾਂ ਦਾ ਚਿੱਤ, ਜਿਨ੍ਹਾਂ ਦਾ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗ ਜਾਂਦਾ ਹੈ, ਜੁੜ ਜਾਂਦਾ ਹੈ। ਇਹ ਹੁਣ ਪਰਮਾਤਮਾ ਦੇ ਚਰਨ ਕਿਹੜੇ ਹਨ? ਇਹ ਗੱਲ, ਇਹ ਸ਼ਬਦਾਵਲੀ ਵੀ ਇੱਕ ਮੁਹਾਵਰੇ ਵਜੋਂ ਗੁਰੂ ਸਾਹਿਬ ਨੇ ਗੁਰਬਾਣੀ 'ਚ ਅਨੇਕਾਂ ਵਾਰੀ ਇਸਤੇਮਾਲ ਕੀਤੀ ਹੈ। ਪਰਮਾਤਮਾ ਦਾ ਆਪ ਜਿਵੇਂ ਸਾਰੇ ਜਾਣਦੇ ਹੀ ਹੋ ਕਿ ਗੁਰਬਾਣੀ ਦੇ ਅੰਦਰ ਇਹ ਕਿਹਾ ਗਿਆ ਹੈ ਕਿ ਪਰਮਾਤਮਾ ਨਿਰਾਕਾਰ ਹੈ, ਉਹਦਾ ਕੋਈ ਸਥੂਲ ਸਰੂਪ ਨਹੀਂ ਹੈ। ਉਹ ਸਾਡੇ ਵਰਗਾ ਕੋਈ ਸਰੀਰ ਵਾਲਾ, ਦੋ ਅੱਖਾਂ ਵਾਲਾ, ਹੱਥ ਪੈਰ ਵਾਲਾ, ਲੱਤਾਂ ਵਾਲਾ, ਮੂੰਹ ਵਾਲਾ, ਕੋਈ ਐਸਾ ਇਨਸਾਨੀ ਸਰੀਰ ਵਾਲਾ ਜਾਂ ਕਿਸੇ ਹੋਰ ਸ਼ਕਲ ਵਾਲਾ ਸਥੂਲ ਸਰੀਰ ਨਹੀਂ ਹੈ। ਉਹ ਤਾਂ ਆਕਾਰ ਤੋਂ ਰਹਿਤ ਹੈ, ਪਰ ਉਹ ਸਰਵ ਵਿਆਪਕ ਹੈ। ਉਹ ਇੱਕ ਥਾਂ ਦੇ ਉੱਤੇ ਟਿਕਿਆ ਹੋਇਆ ਨਹੀਂ ਹੈ, ਨਾ ਹੀ ਉਹਨੂੰ ਸਥਾਪਿਤ ਕੀਤਾ ਜਾ ਸਕਦਾ ਕਿ ਬਈ ਤੂੰ ਇੱਥੇ ਬਹਿ ਜਾ। ਜਿਵੇਂ ਇਸਲਾਮ ਮਤ ਵਾਲਿਆਂ ਨੇ ਮਿਥ ਲਿਆ ਕਿ ਰੱਬ ਦਾ ਘਰ ਤੇ ਕਾਬੇ 'ਚ ਹੀ ਹੈ, ਹੋਰ ਕਿਤੇ ਹੈ ਨਹੀਂ। ਉਹ ਕਬੀਰ ਜੀ ਨੇ ਵੀ ਇੱਕ ਜਗ੍ਹਾ ਤੇ ਕਿਹਾ ਹੈ ਕਿ ਦੱਖਣ ਦੇਸ਼ ਹਰੀ ਕਾ ਵਾਸਾ, ਪੱਛਮ ਅਲਾ ਮੁਕਾਮਾ। ਬਈ ਮੁਸਲਮਾਨਾਂ ਨੇ ਗਿਣ ਲਿਆ ਕਿ ਪੱਛਮ ਵਾਲੇ ਪਾਸੇ ਕਾਬੇ ਦੇ ਵਿੱਚ ਹੀ ਰੱਬ ਦਾ ਘਰ ਹੈ, ਤੇ ਹਿੰਦੂ ਮਤ ਦੇ ਕਈ ਫਿਰਕਿਆਂ ਨੇ ਇਹ ਮਿਥ ਲਿਆ ਕਿ ਹਰੀ ਦਾ, ਜੋ ਕ੍ਰਿਸ਼ਨ ਜੀ ਦਾ ਜੋ ਦਵਾਰਕਾ ਦੇ ਵਿੱਚ ਜਿਹੜਾ ਨਿਵਾਸ ਹੈ, ਉਹੀ ਪਰਮਾਤਮਾ ਦਾ ਘਰ ਹੈ, ਉੱਥੇ ਹੀ ਰੱਬ ਰਹਿੰਦਾ ਹੈ। ਉਹ ਐਸੀਆਂ ਗੱਲਾਂ ਨੂੰ ਗੁਰਮਤ ਨੇ, ਗੁਰਬਾਣੀ ਨੇ ਰਿਜੈਕਟ ਕੀਤਾ ਹੈ। ਉਹ ਪਰਮਾਤਮਾ ਇਸ ਕਰਕੇ ਸਥੂਲ ਨਹੀਂ ਹੈ, ਉਹਦਾ ਕੋਈ ਆਕਾਰ ਨਹੀਂ ਹੈ। ਤੇ ਫਿਰ ਪਰਮਾਤਮਾ ਦੇ ਚਰਨ ਕਿਹੜੇ ਹਨ? ਤਾਂ ਗੱਲ ਹੋ ਰਹੀ ਹੈ ਹਰ ਚਰਨਾਂ ਦੀ। ਤਾਂ ਚਰਨ ਦੇ ਲੱਗਣ ਦਾ ਦੁਨਿਆਵੀ ਅਰਥ ਭਾਵ ਵਿੱਚ ਸਾਡਾ ਕੀ ਮਤਲਬ ਹੁੰਦਾ ਹੈ? ਜਦੋਂ ਅਸੀਂ ਕਿਸੇ ਆਪਣੇ ਤੋਂ ਸੁਪੀਰੀਅਰ, ਸਿਆਣੇ, ਬਹੁਤ ਹੀ
ਕੈਪੇਬਲ ਬੰਦੇ ਨੂੰ ਕੋਲ ਜਾਂਦੇ ਹਾਂ ਗਾਈਡੈਂਸ ਲੈਣ ਵਾਸਤੇ, ਕੁਝ ਸਿੱਖਣ ਵਾਸਤੇ, ਤਾਂ ਇਹ ਜ਼ਰੂਰੀ ਹੁੰਦਾ ਹੈ ਕਿ ਅਸੀਂ ਉਹਦੀ ਵਿਦਵਤਾ, ਉਹਦੇ ਗਿਆਨ, ਉਹਦੀਆਂ ਕੁਆਲਿਟੀਜ਼ ਨੂੰ ਐਕਸੈਪਟ ਕਰੀਏ ਔਰ ਉਹਨਾਂ ਦੀ ਰਿਸਪੈਕਟ ਕਰੀਏ। ਜਦ ਤੱਕ ਸਾਡੇ ਮਨ ਦੇ ਵਿੱਚ ਭਰੋਸਾ ਔਰ ਸ਼ਰਧਾ ਨਹੀਂ ਹੋਏਗੀ ਕਿਸੇ ਬੰਦੇ ਦੀ ਸਿਆਣਪ ਔਰ ਲਿਆਕਤ ਦੇ ਬਾਰੇ, ਉਹਦੇ ਕੋਲੋਂ ਅਸੀਂ ਕੁਝ ਸਿੱਖ ਨਹੀਂ ਸਕਦੇ, ਗ੍ਰਹਿਣ ਨਹੀਂ ਕਰ ਸਕਦੇ। ਜੇ ਬੰਦੇ ਦੇ ਮਨ 'ਚ ਇਹ ਵਿਚਾਰ ਹੋਵੇ ਵੀ ਜੋ ਇਹਨੂੰ ਆਉਂਦਾ ਉਹ ਤੇ ਮੈਨੂੰ ਵੀ ਆਉਂਦਾ ਹੈ, ਜਾਂ ਇਹਦੇ ਨਾਲੋਂ ਬਹੁਤਾ ਮੈਨੂੰ ਆਉਂਦਾ ਹੈ, ਤਾਂ ਫਿਰ ਉਹ ਕਿਸੇ ਦੂਜੇ ਕੋਲੋਂ ਸਿੱਖ ਨਹੀਂ ਸਕਦਾ। ਤਾਂ ਇਸ ਕਰਕੇ ਜਿਹਦੇ ਕੋਲੋਂ ਵੀ ਕੁਝ ਹਾਸਲ ਕਰਨਾ ਹੈ, ਪਹਿਲਾਂ ਉਹਦੇ ਬਾਰੇ ਮਨ ਦੇ ਅੰਦਰ ਭਰੋਸਾ ਔਰ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ। ਤੇ ਸ਼ਰਧਾ ਭਾਵਨਾ ਦਾ ਜੋ ਫਿਜ਼ੀਕਲ ਇੱਕ ਸਿੰਬਲ ਹੈ, ਜੋ ਉਹਨੂੰ ਡਿਨੋਟ ਕਰਦਾ ਹੈ, ਉਹ ਹੈ ਆਪਣੇ ਸੀਸ ਨੂੰ ਕਿਸੇ ਦੇ ਚਰਨਾਂ ਦੇ ਉੱਤੇ ਝੁਕਾਉਣਾ, ਕਿਸੇ ਦੇ ਚਰਨਾਂ ਨੂੰ ਸਪਰਸ਼ ਕਰਨਾ। ਇਹ ਰਿਸਪੈਕਟ ਦਾ ਇੱਕ ਸਾਈਨ ਸਮਾਜਿਕ ਦੇ ਵਰਤਾਰੇ ਦੇ ਤੌਰ ਦੇ ਉੱਤੇ ਇਹ ਅਪਣਾਇਆ ਗਿਆ ਹੈ। ਤਾਂ ਜਦੋਂ ਵੀ ਕਿਸੇ ਦੇ ਚਰਨੀ ਲੱਗਣ ਦੀ ਗੱਲ ਹੁੰਦੀ ਹੈ, ਤਾਂ ਉਹਦਾ ਭਾਵ ਇਹ ਹੁੰਦਾ ਹੈ ਕਿ ਜਿਹਦੇ ਅਸੀਂ ਚਰਨੀ ਲੱਗ ਰਹੇ ਹਾਂ, ਉਹਦੇ ਦਿੱਤੇ ਹੋਏ ਹਰ ਹੁਕਮ ਨੂੰ ਅਸੀਂ ਵਿਦਆਊਟ ਐਨੀ ਆਬਜੈਕਸ਼ਨ, ਬਿਨਾਂ ਕਿਸੇ ਕਿੰਤੂ ਪਰੰਤੂ ਦੇ 100% ਸਵੀਕਾਰ ਕਰਦੇ ਹਾਂ। ਉਹ ਜੇ ਹੁਣ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣਾ ਹੈ, ਜੇ ਪਰਮਾਤਮਾ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਹੈ, ਤਾਂ ਉਹਦੇ ਅੱਗੇ ਕੋਈ ਕਿੰਤੂ ਪਰੰਤੂ, ਕੋਈ ਉਟੰਕਨ ਕਰਨਾ ਜਿਹੜਾ ਹੈ ਉਹ ਨਹੀਂ ਬਣਦਾ। ਤਾਂ ਇਸ ਕਰਕੇ ਜਿਹੜੇ ਇਸ ਭਾਣੇ ਦੇ ਵਿੱਚ ਰਹਿਣ ਨੂੰ, ਰਜ਼ਾ ਦੇ ਵਿੱਚ ਰਹਿਣ ਨੂੰ ਅਪਣਾ ਲੈਂਦੇ ਹਨ, ਜੀਵਨ ਦਾ ਹਿੱਸਾ ਬਣਾ ਲੈਂਦੇ ਹਨ, ਮਾਨੋ ਉਹ ਪਰਮਾਤਮਾ ਦੇ ਚਰਨੀ ਲੱਗ ਜਾਂਦੇ ਹਨ। ਤਾਂ ਹਰ ਚਰਨੀ ਜਿਨ ਕਾ ਚਿੱਤ ਲਾਗਾ ਤੋਂ ਭਾਵ ਹੈ ਜਿਹੜੇ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਵਾਲੀ ਦੀ ਜਾਚ ਸਿੱਖ ਲੈਂਦੇ ਹਨ, ਤਾਂ ਉਹਨਾਂ ਦੇ ਅੰਦਰ, ਮਨ ਦੇ ਅੰਦਰ ਸ਼ਾਂਤੀ ਵਰਤ ਜਾਂਦੀ ਹੈ। ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਚੋਂ ਭਟਕਣਾ, ਕਲਪਨਾ, ਦੁੱਖ, ਕਲੇਸ਼ ਸਭ ਖਤਮ ਹੋ ਜਾਂਦੇ ਹਨ। ਜਿਹੜੇ ਹਰ ਵੇਲੇ ਪਰਮਾਤਮਾ ਦੇ ਰਜ਼ਾ ਦੇ ਵਿੱਚ ਰਾਜ਼ੀ ਰਹਿੰਦੇ ਹਨ, ਉਹਨਾਂ ਦੇ ਮਨ ਦੇ ਅੰਦਰ ਕਦੀ ਕੋਈ ਦੁੱਖ ਕਲੇਸ਼ ਪੈਦਾ ਹੀ ਨਹੀਂ ਹੁੰਦਾ। ਉਹ ਇਹ ਅਸਲ ਵਿੱਚ ਇਸ ਗੱਲ ਦੀ ਪ੍ਰੇਰਨਾ ਹੈ ਕਿ ਜੀਵਨ ਆਨੰਦਮਈ, ਸੁਖਮਈ ਕਿਵੇਂ ਹੋਵੇ, ਸਦੀਵੀ ਆਨੰਦ ਕਿਵੇਂ ਮਿਲੇ, ਉਹਦੀ ਵੀ ਟ੍ਰਿਕ, ਉਹਦਾ ਵੀ ਜੋ ਰਾਜ਼ ਹੈ ਉਹ ਇਹੀ ਹੈ ਕਿ ਠਾਂਡ ਵਰਤੀ ਤਿਨ ਅੰਤਰ, ਹਰ ਚਰਨੀ ਜਿਨ ਕਾ ਚਿਤ ਲੱਗ। ਇਹ ਠਾਂਡ ਵਰਤੀ ਔਰ ਆਨੰਦ ਦੀ ਪ੍ਰਾਪਤੀ ਸੇਮ ਅਰਥਾਂ ਦੇ ਵਿੱਚ ਹੀ ਇਹ ਵਰਤੀ ਗਈ ਹੈ। ਤੋ ਜਿਨ੍ਹਾਂ ਦਾ ਚਿੱਤ ਹਰੀ ਦੇ ਚਰਨਾਂ ਨਾਲ ਲੱਗ ਗਿਆ, ਭਾਵ ਜਿਹੜੇ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖ ਗਏ, ਉਹਨਾਂ ਦਾ, ਜਿਨ੍ਹਾਂ ਦਾ ਜੀਵਨ ਪਰਮਾਤਮਾ ਦੇ ਹੁਕਮ ਦੇ ਅਧੀਨ ਹੋ ਗਿਆ, ਉਹਨਾਂ ਦੇ ਮਨ ਦੇ ਅੰਦਰ ਆਨੰਦ, ਸ਼ਾਂਤੀ ਵਰਤ ਜਾਂਦੀ ਹੈ। ਅੱਗੇ ਕਹਿੰਦੇ ਹਨ, ਚਿੱਤ ਲਾਗਾ ਸੇਈ ਜਨ ਨਿਸਤਰੇ, ਤੋ ਪ੍ਰਸਾਦੀ ਸੁਖ ਪਾਇਆ। ਨਿਸਤਰੇ, ਨਿਸਤਰੇ ਦਾ ਭਾਵ ਹੁੰਦਾ ਹੈ ਨਿਸਤਾਰਾ ਹੋ ਜਾਣਾ, ਸਫਲਤਾ ਮਿਲ ਜਾਣੀ, ਸਕਸੈਸਫੁਲ ਹੋ ਜਾਣਾ, ਪਾਰ ਲੰਘ ਜਾਣਾ। ਮੰਨ ਲਓ ਅਸੀਂ ਜਿਵੇਂ ਭਵਜਲ ਦੀ ਗੱਲ ਬਾਣੀ 'ਚ ਬਾਰ-ਬਾਰ ਆਉਂਦੀ ਹੈ, ਤਾਂ ਜਿਹੜੇ ਭਵਜਲ ਨੂੰ ਪਾਰ ਕਰ ਗਏ, ਮਾਨੋ ਉਹ ਨਿਸਤਾਰਾ ਹੋ ਗਿਆ, ਉਹਨਾਂ ਦਾ ਰਿਜ਼ਲਟ ਆ ਗਿਆ ਕਿ ਵੀ ਉਹ ਪਾਸ ਹੈ। ਸੌਖੇ ਲਫ਼ਜ਼ਾਂ 'ਚ ਇਹਨੂੰ ਨਿਸਤਰੇ ਨੂੰ ਇਹ ਸਮਝ ਸਕਦੇ ਹਾਂ ਕਿ ਜਿਹੜੇ ਇਮਤਿਹਾਨ 'ਚੋਂ ਪਾਸ ਹੋ ਗਏ ਹਨ, ਜਿਹੜਾ ਵੀ ਜੋ ਸਿਚੁਏਸ਼ਨ ਆਈ ਸੀ ਉਹਨੂੰ ਟੈਕਲ ਕਰਕੇ ਉਹਦੇ 'ਚੋਂ ਸਕਸੈਸਫੁਲ ਹੋ ਜਾਂਦੇ ਹਨ। ਤਾਂ ਚਿੱਤ ਲਾਗਾ ਸੇਈ ਜਨ ਨਿਸਤਰੇ, ਤੋ ਪ੍ਰਸਾਦੀ ਸੁਖ ਪਾਇਆ। ਤਾਂ ਜਿਨ੍ਹਾਂ ਦਾ ਵੀ ਚਿੱਤ ਪ੍ਰਮਾਤਮਾ ਨਾਲ ਲੱਗਿਆ ਹੋਇਆ ਹੈ, ਉਹ ਪ੍ਰਭੂ ਦੇ ਪਿਆਰੇ ਇਸ ਜਗਤ ਵਿੱਚੋਂ, ਇਸ ਭਵਜਲ ਤੋਂ ਤਰ ਕੇ ਪਾਰ ਹੋ ਜਾਂਦੇ ਹਨ। ਉਹ ਜੀਵਨ ਦੇ ਵਿੱਚ ਜਿਹੜੀਆਂ ਵੀ ਰੁਕਾਵਟਾਂ ਆਉਂਦੀਆਂ ਹਨ, ਪ੍ਰਭੂ ਪਰਮਾਤਮਾ ਦੇ ਮਿਲਾਪ ਦੇ ਰਾਹ ਵਿੱਚ ਜੋ ਮਾਇਆ ਦੇ ਬੰਧਨ, ਮਾਇਆ ਦੀ ਰੁਕਾਵਟਾਂ ਆਉਂਦੀਆਂ ਹਨ, ਉਹਨਾਂ ਸਭ ਨੂੰ ਓਵਰਕਮ ਕਰ ਲੈਂਦੇ ਹਨ, ਪਾਰ ਹੋ ਜਾਂਦੇ ਹਨ। ਤੋ ਪ੍ਰਸਾਦੀ ਸੁਖ ਪਾਇਆ। ਉਹਨਾਂ ਨੂੰ ਫਿਰ ਪਰਮਾਤਮਾ ਜੀ ਤੁਹਾਡੀ ਕਿਰਪਾ ਕਰਕੇ, ਤੋ ਪ੍ਰਸਾਦੀ ਮੈਨੇ ਤੁਹਾਡੀ ਕਿਰਪਾ ਕਰਕੇ ਉਹਨਾਂ ਨੂੰ ਆਤਮਕ ਸੁਖ, ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਤੋ ਪ੍ਰਾਪਤੀ ਆਨੰਦ ਦੀ ਹੁੰਦੀ ਹੈ। ਇਹੀ ਇਸ ਪੌੜੀ ਦੇ ਅੰਦਰ ਗੱਲ ਸਮਝਾਈ ਗਈ ਹੈ ਕਿ ਠਾਂਡ ਵਰਤੀ ਤਿਨ ਅੰਤਰ, ਹਰ ਚਰਨੀ ਜਿਨ ਕਾ ਚਿਤ ਲਾਗਾ। ਚਿਤ ਲਾਗਾ ਸਹੀ ਜਨ ਨਿਸਤਰੇ, ਤੋ ਪ੍ਰਸਾਦੀ ਸੁਖ ਪਾਇਆ। ਪਰ ਇਹ ਸਭ ਕੁਝ ਹੁੰਦਾ ਤੁਹਾਡੀ ਕਿਰਪਾ ਸਦਕਾ ਹੀ ਹੈ। ਤੁਸੀਂ ਬਖਸ਼ਿਸ਼ ਕਰਦੇ ਹੋ ਤੇ ਤਾਂ ਹੀ ਚਿੱਤ ਜਿਹੜਾ ਹੈ ਉਹ ਤੁਹਾਡੇ ਚਰਨਾਂ ਨਾਲ ਲੱਗਦਾ ਹੈ। ਤੇ ਜਿਨ੍ਹਾਂ ਦਾ ਚਿੱਤ ਲੱਗ ਜਾਂਦਾ ਹੈ, ਫਿਰ ਉਹਨਾਂ ਨੂੰ ਤਾਂ ਸੁੱਖ ਮਿਲ ਹੀ ਜਾਂਦਾ ਹੈ, ਪਰ ਹੈ ਇਹ ਤੁਹਾਡੀ ਬਖਸ਼ਿਸ਼ ਸਦਕਾ। ਤੋ ਇਹ ਇਸ ਪੌੜੀ ਦੇ ਅੰਦਰ ਜੋ ਆਤਮਕ ਆਨੰਦ ਦੀ ਪ੍ਰਾਪਤੀ ਹੈ, ਉਹਦਾ ਜ਼ਿਕਰ ਗੁਰੂ ਸਾਹਿਬ ਨੇ ਕੀਤਾ ਹੈ। ਅਗਲੇ ਪੌੜੀ ਦੇ ਅੰਦਰ ਹੁਣ ਫਰਮਾਉਂਦੇ ਹਨ ਜੀ ਕਿ ਡੱਡਾ ਡੰਫ ਕਰੋ ਕਿਆ ਪ੍ਰਾਣੀ, ਜੋ ਕਿਛ ਹੋਆ ਸੋ ਸਭ ਚਲਣਾ, ਇਸੈ ਸਰੇਵੋ ਤਾਂ ਸੁਖ ਪਾਵੋ,
ਸਰਬ ਨਿਰੰਤਰ ਰਵ ਰਿਹਾ। ਹੁਣ ਡੱਡੇ ਅੱਖਰ ਦੇ ਰਾਹੀਂ ਕਹਿੰਦੇ ਹਨ ਕਿ ਡੰਫ ਕਰੋ ਕਿਆ ਪਾਣੀ। ਡੰਫ ਦਾ ਜੋ ਅਖਰੀ ਅਰਥ ਹੁੰਦਾ ਹੈ ਉਹ ਹੁੰਦਾ ਹੈ ਡੰਬ, ਦਿਖਾਵਾ। ਜੋ ਅੱਜ ਕੱਲ੍ਹ ਦੀ ਦੁਨੀਆ ਦਾ ਜੋ ਬਹੁਤ ਹੀ ਇਹਨੂੰ ਕਹਿਣਾ ਚਾਹੀਦਾ ਪ੍ਰੈਵਲੈਂਟ, ਬਹੁਤ ਹੀ ਵਾਈਡ ਸਪਰੈਡ ਦਸਤੂਰ ਹੈ। ਹਰ ਇਨਸਾਨ ਦਿਖਾਵੇ ਦੀ ਜ਼ਿੰਦਗੀ ਹੀ ਜੀ ਰਿਹਾ ਹੈ। ਮਸਕੀਨ ਜੀ ਆਪਣੇ ਲੈਕਚਰਾਂ 'ਚ ਨਾ ਬਹੁਤ ਵਾਰੀ ਇਸ ਗੱਲ ਦਾ ਮੈਂਸ਼ਨ ਕਰਦੇ ਹੁੰਦੇ ਸੀ ਕਿ ਇਨਸਾਨ ਦੀ ਜ਼ਿੰਦਗੀ ਦਾ ਅੱਧਾ ਜ਼ੋਰ ਇਸ ਗੱਲ ਦੇ ਉੱਤੇ ਲੱਗ ਜਾਂਦਾ ਹੈ ਕਿ ਮੈਂ ਜੋ ਕੁਝ ਹਾਂ ਉਹ ਕਿਸੇ ਨੂੰ ਨਜ਼ਰ ਨਾ ਆਵੇ, ਮੇਰੀ ਅਸਲੀਅਤ ਕਿਸੇ ਨੂੰ ਸਮਝ ਨਾ ਆਵੇ, ਪਤਾ ਨਾ ਲੱਗੇ। ਤੇ ਅੱਧਾ ਜ਼ੋਰ ਇਸ ਗੱਲ ਦੇ ਉੱਤੇ ਲਗਾ ਦਿੰਦਾ ਹੈ ਬੰਦਾ ਕਿ ਜੋ ਕੁਝ ਮੈਂ ਨਹੀਂ ਹਾਂ ਲੋਕਾਂ ਨੂੰ ਉਹ ਨਜ਼ਰ ਆਵੇ, ਜੋ ਮੇਰੇ ਅੰਦਰ ਗੁਣ ਨਹੀਂ ਹਨ ਉਹ ਲੋਕੀ ਸਮਝਣ ਕਿ ਮੇਰੇ ਅੰਦਰ ਹੈ, ਤੇ ਜਿਹੜੇ ਮੇਰੇ ਅੰਦਰ ਔਗਣ ਨੇ ਉਹ ਲੋਕਾਂ ਨੂੰ ਪਤਾ ਨਾ ਲੱਗਣ ਕਿ ਇਹ ਔਗਣ ਮੇਰੇ ਅੰਦਰ ਹੈ। ਤਾਂ ਸਾਰੀ ਜ਼ਿੰਦਗੀ ਇਨਸਾਨ ਦਿਖਾਵੇ ਦੇ ਹੀ ਐਫਰਟ ਦੇ ਵਿੱਚ ਹੀ ਲੱਗਾ ਰਹਿੰਦਾ ਹੈ, ਆਪਣੇ ਔਗਣਾਂ ਨੂੰ ਛੁਪਾਉਣ ਤੇ ਉਹ ਵਾਲੀ ਗੁਣ, ਉਹ ਵਾਲੀਆਂ ਕੁਆਲਿਟੀਆਂ ਲੋਕਾਂ ਦੇ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਜੋ ਅਸਲ 'ਚ ਉਹਦੇ ਅੰਦਰ ਹੁੰਦੀਆਂ ਨਹੀਂ। ਤਾਂ ਅਸੀਂ ਸਾਰੇ ਹੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਪਹਿਰਾਵੇ ਦੇ ਰਾਹੀਂ, ਬਾਹਰਲੇ ਕਰਮ ਕਾਂਡਾਂ ਦੇ ਰਾਹੀਂ ਕਿ ਦੁਨੀਆ ਸਾਨੂੰ ਸਮਝੇ ਇਹ ਤਾਂ ਬੜੇ ਧਰਮੀ ਬੰਦੇ ਨੇ, ਬੜੇ ਗੁਰਮੁਖ ਬੰਦੇ ਨੇ, ਇਹ ਤਾਂ ਪ੍ਰਭੂ ਦੇ ਹੁਕਮ ਵਿੱਚ ਚੱਲਣ ਵਾਲੇ ਬੰਦੇ ਨੇ। ਗੱਲਾਂ ਵੀ ਮੂੰਹੋਂ ਅਸੀਂ ਉਹੋ ਜਿਹੀਆਂ ਕਰਦੇ ਹਾਂ ਜਿਹਦੇ ਤੋਂ ਇਹ ਪ੍ਰਭਾਵ ਪਵੇ ਕਿ ਅਸੀਂ ਤਾਂ ਬੜੇ ਹੀ ਭਲੇ ਮਾਨਸ, ਦੁਨੀਆ ਦਾ ਭਲਾ ਸੋਚਣ ਵਾਲੇ ਬੰਦੇ ਹਾਂ। ਪਰ ਸਾਡੀ ਅਸਲੀਅਤ ਜੋ ਹੁੰਦੀ ਹੈ ਉਹ ਪ੍ਰਗਟ ਉਦੋਂ ਹੁੰਦੀ ਹੈ ਜਦੋਂ ਕੋਈ ਅਨਯੂਜੂਅਲ ਈਵੈਂਟ ਹੋ ਜਾਂਦਾ ਹੈ, ਜਿਵੇਂ ਹੁਣ ਇਹ ਮਹਾਮਾਰੀ ਆਈ ਹੈ ਕਰੋਨਾ ਦੀ। ਤਾਂ ਇਹਦੇ ਵਿੱਚ ਹੁਣ ਵੱਖ-ਵੱਖ ਤਰ੍ਹਾਂ ਦੇ ਸੁਭਾਅ ਉੱਗੜ ਕੇ ਸਾਹਮਣੇ ਆ ਗਏ ਹਨ। ਐਸੇ ਲੋਕ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੇ ਆਪਣੇ ਕਸ਼ਟ ਦੀ ਪਰਵਾਹ ਕੀਤੇ ਬਿਨਾਂ ਰਿਸਕ ਲੈ ਕੇ ਆਪਣੇ ਆਪ ਨੂੰ ਐਕਸਪੋਜ਼ ਕਰਕੇ ਇਨਫੈਕਸ਼ਨ ਦੇ ਡਰ ਨੂੰ ਛੱਡ ਕੇ ਆਪਣੇ ਆਪ ਨੂੰ ਪੂਰਾ ਰਿਸਕ ਵਿੱਚ ਪਾ ਕੇ ਤੇ ਮੁਸੀਬਤ ਵਿੱਚ ਫਸੇ ਲੋਕਾਂ ਦੀ ਹੱਦੋਂ ਵੱਧ ਮਦਦ ਕੀਤੀ ਹੈ। ਤਨ ਮਨ ਧਨ ਨਾਲ ਜਿਹਨੂੰ ਕਹਿਣਾ ਚਾਹੀਦਾ ਹੈ, ਲੋਕਾਂ ਦੀ ਮਦਦ ਕੀਤੀ ਹੈ। ਐਸੇ ਬੰਦੇ ਵੀ ਉੱਭਰ ਕੇ ਸਾਹਮਣੇ ਆਏ ਹਨ ਤੇ ਦੂਜੇ ਪਾਸੇ ਇਹੋ ਜਿਹੇ ਬੰਦੇ ਵੀ ਉੱਭਰ ਕੇ ਸਾਹਮਣੇ ਆਏ ਹਨ ਕਿ ਜਿਨ੍ਹਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਹੁਣ ਫਲਾਣੀ ਦਵਾਈ ਦੀ ਜ਼ਰੂਰਤ ਹੈ, ਫਲਾਣੀ ਚੀਜ਼ ਦੀ ਸ਼ਾਰਟੇਜ ਹੋ ਗਈ ਹੈ, ਤੇ ਉਹਨਾਂ ਨੇ ਸਭ ਤੋਂ ਪਹਿਲਾ ਕੰਮ ਹੀ ਇਹੋ ਕੀਤਾ ਹੈ ਕਿ ਜਿਹੜੀ ਚੀਜ਼ ਲੋਕਾਂ ਨੂੰ, ਮਰੀਜ਼ਾਂ ਨੂੰ ਚਾਹੀਦੀ ਹੈ ਉਹਨੂੰ ਹੋਲਡ ਕਰ ਲਵੋ, ਉਹਦੇ ਭੰਡਾਰ ਇਕੱਠੇ ਕਰ ਲਓ ਤੇ ਫਿਰ ਰੁਪਈਏ ਦੀ ਚੀਜ਼ 100 ਰੁਪਏ 'ਚ ਵੇਚੋ। ਇਹੋ ਜਿਹੇ ਕੰਮ ਵੀ ਹੁੰਦੇ ਰਹੇ ਹਨ। ਕਈ ਤਰ੍ਹਾਂ ਦੀਆਂ ਗਲਤ ਤਰ੍ਹਾਂ ਦੀਆਂ ਸੂਚਨਾਵਾਂ ਵੀ ਲੋਕਾਂ 'ਚ ਫੈਲਾ ਕੇ ਤੇ ਕਿਸੇ ਚੀਜ਼ ਦੇ ਬਾਰੇ 'ਚ ਡਰ, ਕਿਸੇ ਚੀਜ਼ ਦੇ ਬਾਰੇ ਵਿੱਚ ਬਹੁਤ ਜ਼ਿਆਦਾ ਉਹਨੂੰ ਪ੍ਰਾਪਤ ਕਰਨ ਦੀ ਜੋ ਇੱਛਾ ਹੈ ਲੋਕਾਂ 'ਚ ਪੈਦਾ ਕਰ ਦੇਣੀ। ਭਾਂਤ-ਭਾਂਤ ਦੀਆਂ ਦਵਾਈਆਂ, ਟੋਟਕੇ, ਨੁਸਖੇ ਇਹੋ ਜਿਹੇ ਲੋਕਾਂ 'ਚ ਫੈਲਾ ਦਿੱਤੇ ਵੀ ਇਹ ਤਾਂ ਮਤਲਬ ਹੈ ਕਿ ਰਾਮਬਾਣ ਹੈ, ਇਹ ਦਵਾਈ ਖਾਓਗੇ ਤੇ ਬਸ ਤੁਹਾਡੀ ਬਿਮਾਰੀ ਤਾਂ ਫਟ ਛੂ ਮੰਤਰ ਹੋ ਜਾਏਗੀ। ਉਹ ਦਵਾਈ ਦਾ ਭਾਵੇਂ ਫਾਇਦਾ ਕੁਝ ਨਹੀਂ ਹੈਗਾ, ਪਰ ਉਹ ਦਵਾਈ ਕਿਉਂਕਿ ਲੋਕਾਂ ਦੇ ਮਨਾਂ 'ਚ ਬਿਠਾ ਦਿੱਤੀ ਕਿ ਇਹਦਾ ਫਾਇਦਾ ਹੋਏਗਾ, ਉਹ ਇੱਕ ਇੰਜੈਕਸ਼ਨ ਉਹਦਾ 50-50 ਹਜ਼ਾਰ, ਲੱਖ-ਲੱਖ ਰੁਪਏ, ਜਿਹੜੇ ਕਿਸੇ ਦੀ ਦੁੱਖ ਤਕਲੀਫ ਤੋਂ ਵੀ ਜਿਹਨੂੰ ਕਹਿੰਦੇ ਐਕਸਪਲੋਇਟ ਕਰਕੇ ਉਸਨੂੰ ਔਰ ਆਪਣੇ ਵਾਸਤੇ ਦੁਨਿਆਵੀ ਪਦਾਰਥ ਇਕੱਠੇ ਕਰਨਾ ਚਾਹੁੰਦੇ ਹਨ। ਔਰ ਐਸੇ ਲੋਕ ਵੀ ਹਨ ਜਿਹੜੇ ਆਪਣੇ ਸਰੀਰ, ਆਪਣੇ ਪਰਿਵਾਰ, ਆਪਣੇ ਉੱਤੇ ਕਸ਼ਟ ਸਹਾਰ ਕੇ ਵੀ ਮੁਸੀਬਤ ਵਿੱਚ ਪਿਆਂ ਦੀ ਮਦਦ ਕਰਦੇ ਹਨ। ਉਹ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਕਿਹਨਾਂ ਦਾ ਚਿੱਤ ਹਰਿ ਨਾਲ ਲੱਗਾ ਹੈ ਤੇ ਕਿਹਨਾਂ ਦਾ ਚਿੱਤ ਜਿਹੜਾ ਹੈ ਮਾਇਆ ਵਿੱਚ ਜੁੜਿਆ ਹੋਇਆ ਹੈ। ਤੋ ਡੰਫ ਕੋਈ ਕੁਝ ਵੀ ਕਰੇ, ਜੋ ਉਹਦੀ ਅਸਲੀਅਤ ਹੈ ਉਹ ਉਹਦੇ ਕਰਮਾਂ ਦੇ ਵਿੱਚੋਂ ਪ੍ਰਗਟ ਹੋ ਜਾਂਦੀ ਹੈ। ਸੋ ਜਿਨ੍ਹਾਂ ਦਾ ਚਿੱਤ ਹਰੀ ਨਾਲ ਲੱਗਾ ਹੋਇਆ ਹੈ ਤੇ ਕਿਉਂਕਿ ਗੁਰਬਾਣੀ ਦਾ ਇਹ ਸਪਸ਼ਟ ਫਰਮਾਨ ਹੈ, ਫਰੀਦਾ ਖਾਲਕ ਖਲਕ ਮੈਂ ਖਲਕ ਵਸੈ ਰੱਬ ਮਾਏ, ਤਾਂ ਉਹਨਾਂ ਨੂੰ ਪ੍ਰਾਣੀ ਮਾਤਰ ਦੇ ਵਿੱਚ ਵੀ ਉਹ ਪਰਮਾਤਮਾ ਦੀ ਹੀ ਜੋਤ ਹਰ ਪ੍ਰਾਣੀ 'ਚ ਨਜ਼ਰ ਆਉਂਦੀ ਹੈ। ਤਾਂ ਉਹਨਾਂ ਨੇ ਖਲਕਤ ਦੀ ਸੇਵਾ ਨੂੰ ਹੀ ਆਪਣਾ ਜੀਵਨ ਦਾ ਜੋ ਹੈ ਮਕਸਦ ਬਣਾਇਆ, ਆਪਣੇ ਆਪ ਨੂੰ ਖਤਰੇ 'ਚ ਪਾ ਕੇ ਵੀ ਲੋਕਾਂ ਦੀ ਸੇਵਾ ਕੀਤੀ। ਤੇ ਜਿਹੜੇ ਮਾਇਆ ਦੇ ਵਿੱਚ ਖਚਤ ਸੀਗੇ ਉਹਨਾਂ ਨੂੰ ਤੇ ਸਿਰਫ ਮਾਇਆ ਹੀ ਮਾਇਆ ਸੂਝਦੀ ਹੈ। ਉਹਨਾਂ ਨੂੰ ਨਾ ਕੋਈ ਬੰਦੇ ਦੀ ਜਾਨ ਦੀ ਕੋਈ ਵੈਲਿਊ ਹੈ ਤੇ ਨਾ ਹੀ ਕੋਈ ਕਿਸੇ ਅਸੂਲ ਦੀ ਕੋਈ ਪਰਵਾਹ ਹੈ। ਤਾਂ ਉਹਨਾਂ ਦਾ ਤਾਂ ਮੁੱਖ ਮਕਸਦ ਇੱਕੋ ਹੀ ਹੈ, ਕੋਈ ਮਰੇ ਭਾਵੇਂ ਜੀਵੇ, ਸਾਨੂੰ ਪੈਸਾ ਮਿਲਣਾ ਚਾਹੀਦਾ ਹੈ। ਉਹ ਵੱਖਰੀ ਗੱਲ ਹੈ ਕਿ ਜਦੋਂ ਉਹਨਾਂ ਨੂੰ ਆਪ ਨੂੰ ਕਸ਼ਟ ਹੋਏਗਾ ਤੇ ਪੈਸਾ ਉਹਨਾਂ ਦੇ ਕਿਸ ਕੰਮ ਆਏਗਾ, ਇਹਦੇ ਬਾਰੇ ਉਹਨਾਂ ਨੂੰ ਖਿਆਲ ਨਹੀਂ ਆਉਂਦਾ। ਪਰ ਇਹਦੇ ਬਾਵਜੂਦ ਵੀ ਬੰਦਾ ਦਿਖਾਵਾ ਇਹੀ ਕਰਦਾ ਹੈ ਕਿ ਮੈਂ ਤਾਂ ਸਭ ਕੁਝ ਹੀ ਚੰਗਾ ਹੀ ਕਰਦਾ ਹਾਂ,
तो पर ये दिखावा जड़ा है करना इंसान की फितरत है। अपने औगन हर इंसान छुपाना चाहता है, तो ਜਿਹੜੇ ਗੁਣ ਉਹਦੇ ਅੰਦਰ ਨਹੀਂ ਹਨ ਉਹ ਵੀ ਉਹ ਲੋਕਾਂ ਉੱਤੇ ਪ੍ਰਗਟ ਕਰਨੇ ਚਾਹੁੰਦਾ ਹੈ। तो इसनों गुरु साहब ने डंफ की संज्ञा दी है। पर इस तो बचन वास्ते क्या है, डंफ करो क्या प्राणी, जो किछ हुआ तो सब चलना। ये तू दिखावा कर किस पिछे रहा, सिर्फ इस पिछे कि लोग तेनू चंगा समझन, तेरे बोले दे इतबार कर लैन, तेरिया गल्लां विच आ जान ते तू लोकां नू लुट सके, नजायज फायदा उठा सके। तो ये दिखावे का कोई फायदा नहीं कि जो कुछ भी इस दुनिया में है सब कुछ नाशवान है, जो कुछ हुआ सो सब चलना। ਜਿਹੜੇ ਦੁਨਿਆਵੀ ਪਦਾਰਥ ਇਕੱਠੇ ਕਰਨ ਵਾਸਤੇ ਤੂੰ ਇਹ ਸਾਰੀਆਂ ਚਲਾਕੀਆਂ ਦਿਖਾਵੇ ਕਰ ਰਿਹਾ ਹੈ, ਉਹ ਸਭ ਚੀਜ਼ਾਂ ਵੀ ਚੱਲਣਹਾਰ ਹਨ, ਉਹ ਵੀ ਕੋਈ ਪਰਮਾਨੈਂਟ ਨਹੀਂ ਹਨ। ਜੋ ਕੁਝ ਹੋਆ ਸੋ ਸਭ ਚੱਲਣਾ। तो ये सारे जिन्होंने लोगों ने भी हम नजायज़ हरकत करके बहुत बहुत फालतू पैसा कमा भी लिया है, वो पैसे ने किहड़ा उन्होंने साथ चलना है। जिस वे किसी वे मुसीबत पैनी है तो इस करोना ने सब नूं दिखा दिता है कि ना लोगों के पैसे वालियां दी कोई चली है, ना पहुँच वालियां दी चली है, ना सरकारी रुतबे वालियां दी चली है। जिन्होंने ऐसे ऐसे लोग भी हस्पतालों के विच ऑक्सीजन के थ्रू दे घाट करके चलाना कर गए हैं, जिन्हों के बहुत बहुत बड़े कनैक्शन, जिन्हों के अपने बहुत बड़े बड़े अहुदे सन, वो भी हार मान गए। तो ये परमात्मा के जगत के विच किस वेले किहो जी खेड वापर जानी है, की होना है, ये परमात्मा ही जानता है। तो इसलिए गुरु साहब ने तो उस परमात्मा के नाल ही प्यार पाने की प्रेरणा की है। और अगली पंक्ति कहते हैं कि तिसै सरेवो तां सुख पावो, सरब निरंतर रब रहे। दुनियावी पदार्थ इकट्ठे करने बंदा सिर्फ इस भुलेखे विच ही सारे ओड़ पोड़ करता है कि बई ये नाल मैनू सुख मिलेगा। पर गुरबाणी बार बार इस गल समझाती है कि मायक पदार्थों के विचों सुख नहीं मिल सकता। जो असी स्वाद रस मानते हाँ वो सब टैंपरेरी होंदा है। वो टैंपरेरी रस जिहड़े ने वो सब जान वाले ने, चलाएमान ने। सदीवी सुख आनंद तां ही प्राप्त होंदा है जदों उस परमात्मा नूं सरेवो, सरेवो तो भाव है उन्होंने चेते च रखोगे, उन्होंने याद रखोगे, उन्होंने अपने जीवन के व्यवहार में हमेशा अपने अंग संग जानोगे, परमात्मा नूं अंग संग जानोगे, परमात्मा नूं हर जीव दे विच महसूस करोगे, तो फिर कोई चतुराई चलाकी धोखा ठगी नहीं करोगे। इसे सरेवो तां सुख पावो, फिर जो रिजल्ट होएगा वो सदीवी आत्मक आनंद होएगा, क्योंकि वो परमात्मा सर्व निरंतर रब रहा। वो परमात्मा जो सब जीवों के अंदर व्यापक है। तो धोखा किहदे नाल कर रहे हो, ये सोच बंदे नूं आ जानी चाहिए है, पर आंदी नहीं है। वो भुल ही जाता है कि वो परमात्मा सब जीवों च मौजूद है। तो गुरु साहब इसे गल की प्रेरणा कर रहे हैं कि तिसै सरेवो तां सुख पावो, सर्व निरंतर रब रहा। वो परमात्मा था सब जीवों के अंदर मौजूद है। इसे करके उन्होंने हमेशा ही चेते विच रखो, अपने व्यवहार विच, अपने काम दे विच हमेशा ध्यान रखो कि परमात्मा सर्वव्यापक। अगली पौड़ी हुण गुरु साहब फरमा रहे हैं, ढड्डै ढाए उसारै आपे, ज्यों तिस भावै तिवें करे, कर कर वेखै हुकम चलाए, किस निस्तारे जाको नज़र करे। ਵੱਡੇ ਅੱਖਰ ਦੇ ਰਾਹੀਂ ਹੁਣ ਕਹਿੰਦੇ ਹਨ ਕਿ ਢਾਏ ਉਸਾਰੇ ਆਪੇ। ਢਾਏ ਤੋਂ ਭਾਵ ਹੁੰਦਾ ਹੈ ਢਾ ਦੇਣਾ, ਕਿਸੇ ਚੀਜ਼ ਨੂੰ ਗਿਰਾ ਦੇਣਾ, ਨਾਸ਼ ਕਰ ਦੇਣਾ, ਖਤਮ ਕਰ ਦੇਣਾ, ਤੋੜ ਦੇਣਾ। तो परमात्मा ढाण वाला भी आप है, उसारा भी आप। उसारे का मतलब है उसारी करना, बनाना, किसी चीज़ ਨੂੰ ਡਿਵੈਲਪ करना, क्रिएट करना। आम तौर पर असी कंस्ट्रक्शन ਨੂੰ उसारी कहते हाँ। तो उसारी का मतलब की होंगे किसी चीज़ ਨੂੰ प्रिपेयर करना, तैयार करना। तो इस जगत की हर चीज़ ਨੂੰ उसारन वाला, बनाने वाला, तो फिर उसनों नाश करने वाला वो परमात्मा ही आप है। ढाए उसारे आपे। गुरमत के अंदर कोई तीन वक्खो वखरे देवतियां की जिहड़ी इस तरीके की वंड नहीं की गई कि बई उसारन वाला ब्रह्मा ते ढाण वाला शिव जी ते मेनटेन करने वाला विष्णु। इस तरीके की वंड गुरबाणी ने प्रवान नहीं की। वो सारे काम करने वाला, पैदा करने वाला, पालना करने वाला ते मारन वाला भी परमात्मा इको एक आप ही है। तो इत्थे भी गुरु साहब कह रहे हैं कि ढाए उसारै आपे, ज्यों तिस भावै
ਤਿਵੇਂ ਕਰੇ। ਔਰ ਇਸ ਕੰਮ ਦੇ ਵਿੱਚ ਉਹਨੂੰ ਕਿਸੇ ਦੀ ਸਲਾਹ ਲੈਣ ਦੀ ਵੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹ ਤਿਵੇਂ ਹੀ ਕਰਦਾ ਹੈ, ਕਿਉਂਕਿ ਉਹ ਆਪੇ ਆਪ ਹੈ, ਇਕੱਲਾ ਹੈ। ਉਹਨੂੰ ਕਿਸੇ ਦੀ ਸਲਾਹ ਦੀ ਜਾਂ ਕਿਸੇ ਦੀ ਹੈਲਪ ਦੀ, ਕਿਸੇ ਦੀ ਕੋਈ ਜ਼ਰੂਰਤ ਨਹੀਂ ਪੈਂਦੀ। ਜਿਵੇਂ ਉਹਨੂੰ ਚੰਗਾ ਲੱਗਦਾ ਹੈ ਤਿਵੇਂ ਹੀ ਕਰਦਾ ਹੈ। ਜਦੋਂ ਉਹਦਾ ਚਿੱਤ ਕਰਦਾ ਹੈ ਉਹ ਸ੍ਰਿਸ਼ਟੀ ਦੀ ਸਾਜਨਾ ਕਰ ਦਿੰਦਾ ਹੈ। ਜਦੋਂ ਉਹਦਾ ਚਿੱਤ ਕਰਦਾ ਹੈ ਉਹ ਖਤਮ ਵੀ ਕਰ ਦਿੰਦਾ, ਸਮੇਟ ਲੈਂਦਾ ਹੈ। ਉਹ ਸਭ ਕੁਝ ਕ੍ਰੀਏਟ ਵੀ ਆਪਣੇ ਇੱਕ ਹੁਕਮ ਨਾਲ ਕਰ ਲੈਂਦਾ ਹੈ ਤੇ ਆਪਣੇ ਇੱਕ ਹੁਕਮ ਦੇ ਨਾਲ ਸਭ ਚੀਜ਼ਾਂ ਨੂੰ ਖਤਮ ਵੀ ਕਰ ਲੈਂਦਾ ਹੈ। ਅੱਗੇ ਕਹਿੰਦੇ ਹਨ ਕਿ ਕਰ ਕਰ ਵੇਖੈ। ਤੋ ਦੋ ਕੰਮਾਂ ਦਾ ਜ਼ਿਕਰ ਤੇ ਪਹਿਲੀ ਪੰਕਤੀ 'ਚ ਆ ਗਿਆ ਤੇ ਤੀਜੇ ਦਾ ਦੂਸਰੀ ਪੰਕਤੀ 'ਚ ਆ ਗਿਆ ਕਿ ਸਭ ਕੁਝ ਬਣਾ ਕੇ ਫਿਰ ਵੇਖੈ। ਵੇਖੈ ਤੋਂ ਭਾਵ ਹੈ ਸੰਭਾਲ ਕਰਦਾ ਹੈ, ਪਾਲਣਾ ਵੀ ਕਰਦਾ ਹੈ। ਵੇਖਣ ਦਾ ਮਤਲਬ ਨਿਰਾ ਇਹ ਨਹੀਂ ਹੈ ਕਿ ਬਈ ਸਿਰਫ ਅੱਖਾਂ ਖੋਲ ਕੇ ਵੇਖ ਰਿਹਾ, ਜਿਵੇਂ ਅਸੀਂ ਕਹਿੰਦੇ ਹਾਂ ਵੀ ਅਸੀਂ ਅੱਖਾਂ ਨਾਲ ਵੇਖਦੇ ਹਾਂ। ਵੇਖਣ ਦਾ ਮਤਲਬ ਹੁੰਦਾ ਹੈ ਟੂ ਸੁਪਰਵਾਈਜ਼, ਟੂ ਓਵਰਸੀ। ਉਹ ਸਾਰੇ ਜਗਤ ਦੀ ਕ੍ਰੀਏਸ਼ਨ ਕਰਕੇ ਉਹਦੀ ਸੰਭਾਲ, ਉਹਦੀ ਪਾਲਣਾ ਵੀ ਉਹ ਆਪ ਕਰਦਾ ਹੈ ਤੇ ਫਿਰ ਉਸ ਤੋਂ ਬਾਅਦ ਨਾਸ਼ ਕਰਨ ਦੀ ਗੱਲ ਤਾਂ ਆ ਹੀ ਜਾਂਦੀ ਹੈ। ਤਾਂ ਕਰ ਕਰ ਵੇਖੈ ਹੁਕਮ ਚਲਾਏ, ਤੇ ਫਿਰ ਉਹ ਸਭ ਜੀਵਾਂ ਦੇ ਉੱਪਰ ਆਪਣੇ ਨਿਯਮ ਵੀ ਲਾਗੂ ਕਰਦਾ ਹੈ। ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਅਧੀਨ, ਆਪਣੇ ਨਿਯਮਾਂ ਦੇ ਅਧੀਨ ਚਲਾਉਂਦਾ ਹੈ। ਤੇ ਅੱਗੇ ਕਹਿੰਦੇ ਹਨ ਕਿ ਤਿਸ ਨਿਸਤਾਰੇ ਜਾਕੋ ਨਦਰ ਕਰੇ। ਤੇ ਉਸੇ ਹੀ ਮਨੁੱਖ ਨੂੰ ਉਹ ਇਸ ਭਵਜਲ ਸੰਸਾਰ ਤੋਂ, ਮਾਇਆ ਦੇ ਫੈਲਾਅ ਦੇ ਵਿੱਚੋਂ ਪਾਰ ਲੰਘਾ ਦਿੰਦਾ ਹੈ, ਜਿਹਦੇ ਉੱਤੇ ਉਹ ਆਪਣੀ ਮਿਹਰ ਦੀ ਬਖਸ਼ਿਸ਼ ਦੀ ਨਜ਼ਰ ਕਰਦਾ ਹੈ। तो ਇਹ ਗੱਲ ਵੀ ਸਮਝਣੀ ਬਹੁਤ ਜ਼ਰੂਰੀ ਹੈ ਕਿ ਸ੍ਰਿਸ਼ਟੀ ਦਾ ਰਚਨਹਾਰ ਪ੍ਰਮਾਤਮਾ ਹੈ, ਜੀਵਾਂ ਦਾ ਰਚਨਹਾਰ ਪ੍ਰਮਾਤਮਾ ਹੈ, ਤੇ ਜੋ ਇਹ ਮਾਇਆ ਦਾ ਪਸਾਰਾ ਹੈ, ਇਹ ਮਾਇਆ ਨੂੰ ਪੈਦਾ ਕਰਨ ਵਾਲਾ ਵੀ ਪ੍ਰਮਾਤਮਾ ਹੀ ਹੈ। ਉਹ ਜੀਵਾਂ ਦੇ ਉੱਪਰ ਜੋ ਜਨਮ ਲੈਂਦਿਆਂ ਹੀ ਮਾਇਆ ਆਪਣਾ ਅਸਰ ਪਾ ਲੈਂਦੀ ਹੈ, ਇਹ ਵੀ ਪ੍ਰਮਾਤਮਾ ਦੀ ਜਗਤ ਦੀ ਖੇਡ ਦਾ ਹੀ ਇੱਕ ਹਿੱਸਾ ਹੈ, ਉਹਦੇ ਹੁਕਮ ਦੇ ਅਧੀਨ ਹੀ ਹੈ। तो ये ਉਹਦੇ ਹੁਕਮ ਦਾ ਹੀ ਪਾਰਟ ਹੈ ਕਿ ਜਗਤ ਵਿੱਚ ਮਾਇਆ ਦਾ ਫੈਲਾਅ ਹੈ, ਮਾਇਆ ਦਾ ਪਸਾਰਾ ਹੈ। ਪਰ ਇਸ ਮਾਇਆ ਦੇ ਪਸਾਰੇ ਦੇ ਵਿੱਚੋਂ ਉਭਰਨਾ ਕਿਵੇਂ ਹੈ, ਉੱਚਾ ਉੱਠਣਾ ਕਿਵੇਂ ਹੈ, ਇਸ ਮਾਇਆ ਤੋਂ ਬਚਾ ਕੇ ਆਪਣੇ ਆਪ ਨੂੰ ਉਸ ਤੋਂ ਪਾਰ ਕਿਵੇਂ ਹੋਣਾ ਹੈ, ਇਸ ਮਕਸਦ ਵਾਸਤੇ ਜੋ ਗੁਰੂ ਦੀ ਹਸਤੀ ਹੈ ਉਸ ਨੂੰ ਭੇਜਣ ਵਾਲਾ ਵੀ ਪਰਮਾਤਮਾ ਆਪ ਹੈ। ਗੁਰੂ ਦੀ ਪ੍ਰੋਵੀਜ਼ਨ ਕਰਨ ਵਾਲਾ, ਗੁਰੂ ਦੀ ਹੋਂਦ ਨੂੰ ਵੀ ਪ੍ਰਗਟ ਕਰਨ ਵਾਲਾ ਪਰਮਾਤਮਾ ਆਪ ਹੈ। ਤੇ ਜਿਨ੍ਹਾਂ ਜੀਵਾਂ ਦੇ ਉੱਤੇ ਉਹ ਆਪ ਬਖਸ਼ਿਸ਼ ਕਰਦਾ ਹੈ, ਉਹਨਾਂ ਨਾਲ ਮਿਲਾਪ ਗੁਰੂ ਨਾਲ ਕਰਵਾ ਦਿੰਦਾ ਹੈ। ਉਹ ਜੀਵ ਫਿਰ ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਦੀ ਸ਼ਰਨ ਵਿੱਚ ਪੈ ਕੇ ਪਰਮਾਤਮਾ ਦੇ ਸਿਫਤ ਸਲਾਹ, ਪਰਮਾਤਮਾ ਦੇ ਗੁਣਾਂ ਦੇ ਨਾਲ ਜੁੜ ਜਾਂਦੇ ਹਨ ਅਤੇ ਮਾਇਆ ਦੇ ਪ੍ਰਭਾਵ ਤੋਂ ਉੱਚੇ ਉੱਠ ਜਾਂਦੇ ਹਨ। ਤਾਂ ਇਹ ਪਰਮਾਤਮਾ ਦੀ ਮਿਹਰ ਹੈ ਕਿ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਮਿਲਦੀ ਹੈ, ਸਤ ਸੰਗਤ ਮਿਲਦੀ ਹੈ, ਸਾਧ ਸੰਗ ਮਿਲਦਾ ਹੈ, ਉਹ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਹੀ ਮੁਮਕਿਨ ਹੁੰਦਾ ਹੈ। ਸੋ ਕਿਸ ਨਿਸਤਾਰੇ ਜਾਕੋ ਨਜ਼ਰ ਕਰੇ। ਪੈਦਾ ਉਹ ਸਭ ਨੂੰ ਕਰਦਾ ਹੈ, ਸਭ ਦੀ ਸੰਭਾਲ ਕਰਦਾ ਹੈ, ਸਭ ਦੇ ਉੱਤੇ ਉਹਦਾ ਹੁਕਮ ਚੱਲਦਾ ਹੈ, ਤੇ ਉਸ ਹੁਕਮ ਦੇ ਅਧੀਨ ਹੀ ਜਿਨ੍ਹਾਂ ਦੇ ਉੱਤੇ ਉਹ ਆਪਣੀ ਮਿਹਰ ਬਖਸ਼ਿਸ਼ ਦੀ ਨਜ਼ਰ ਕਰਦਾ ਹੈ, ਉਹਨਾਂ ਨੂੰ ਉਹ ਭਵਜਲ ਸੰਸਾਰ ਤੋਂ ਪਾਰ ਵੀ ਲੰਘਾ ਦਿੰਦਾ ਹੈ, ਉਹਨਾਂ ਦਾ ਛੁਟਕਾਰਾ ਮਾਇਆ ਤੋਂ ਹੋ ਜਾਂਦਾ ਹੈ। तो ਅੱਜ ਦੀ ਵਿਚਾਰ ਨੂੰ ਇੱਥੇ ਹੀ ਸੰਕੋਚਦੇ ਹਾਂ ਜੀ। ਹੋਈਆਂ ਅਨੇਕ ਭੁੱਲਾਂ ਦੀ ਆਪ ਜੀ ਪਾਸੋਂ क्षमा ਮੰਗਦੇ ਹਾਂ ਜੀ। ਅੱਜ ਦੀ ਵਿਚਾਰ ਨਾਲ ਸੰਬੰਧਿਤ ਕਿਸੇ ਸੱਜਣ ਦਾ ਕੋਈ ਸਵਾਲ, ਕੋਈ ਕਮੈਂਟ ਹੋਵੇ ਤਾਂ ਆਪ ਜੀ ਆਪਣੇ ਆਪ ਨੂੰ ਅਨਮਿਊਟ ਕਰਕੇ ਆਪਣੀ ਗੱਲ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ।